ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰਾ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰਾ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੁਆ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ। ਮਾਨ ਹੁਆ ਸਦਾ ਸੁਖਾਲਾ, ਰਹਾਉ ਹਰ ਹਰ ਨਾਮ ਦਿਓ ਦਾਰੂ। ਤਿਨ ਸਗਲਾ ਰੋਗ ਬਿਦਾਰੂ, ਆਪਣੀ ਕਿਰਪਾ ਧਾਰੀ। ਤਿਨ ਸਗਲੀ ਬਾਤ ਸਵਾਰੀ, ਪ੍ਰਭ ਆਪਣਾ ਬਿਰਦ ਸਮਾਰਿਆ। ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਿਆਂ ਤੇ ਮਾਣ
ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ, ਪਰਮੇਸ਼ਵਰ ਦਾ ਹਿਰਦਾ ਸਵਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਦੂਰੋਂ ਨੇੜਿਓਂ ਦੇਸਾਂ ਵਿਦੇਸਾਂ ਤੋਂ ਪਹੁੰਚੇ ਗੁਰੂ ਪਿਆਰਿਓ, ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਸ਼ੁਭ ਪ੍ਰੇਰਣਾ ਬਖਸ਼ਿਸ਼ ਕਰ ਆਪਾਂ ਸਭਨਾਂ ਨੂੰ ਆਪਣੀ ਗੋਦ ਅੰਦਰ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਮਹਾਨ ਬਖਸ਼ਿਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ੍ਰੀ ਮੁਖਵਾਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸਾਡੀ ਝੋਲੀ ਬਖਸ਼ਿਸ਼ ਰੂਪ ਪਾਇਆ, ਉਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਕਰਨ ਲਈ ਆਪਾਂ ਇਕੱਤਰ ਹੋਏ ਹਾਂ। ਸ੍ਰੀ ਮੁਖਵਾਕ ਭਾਵ ਗੁਰੂ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਬਚਨ। ਗੁਰੂ ਕੇ ਕੀਰਤਨੀਏ ਕੀਰਤਨ ਕਰਦੇ ਨੇ। ਕਈ ਵਾਰੀ ਆਪਾਂ ਆਪਣੇ ਘਰਾਂ ਅੰਦਰ ਵੀ ਉਹਨਾਂ ਪਾਸੋਂ ਕੀਰਤਨ ਕਰਾਉਂਦੇ ਹਾਂ। ਬਹੁਤ ਧਿਆਨ ਦੇਣ ਯੋਗ ਨੁਕਤਾ ਹੈ। ਆਪ ਜੀ ਭਾਵਨਾ ਵਾਲੇ ਗੁਰੂ ਪਿਆਰੇ ਦੇਸਾਂ ਵਿਦੇਸਾਂ ਤੋਂ ਇੱਥੇ ਬਹਿ ਕੇ ਵੀ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰੋਂ ਸਰਵਣ ਕਰ ਰਹੇ ਹੋ। ਸਾਡੇ ਘਰ ਅੰਦਰ ਖੁਸ਼ੀ ਦਾ ਕੋਈ ਵੀ ਕਾਰਜ ਹੋਵੇ, ਜਦੋਂ ਭਾਈ ਸਾਹਿਬ ਨੂੰ ਬੇਨਤੀ ਕਰੀਦੀ ਹੈ ਤੇ ਆਪਾਂ ਆਖਦੇ ਹਾਂ ਭਾਈ ਸਾਹਿਬ ਜੀ ਸ਼ਬਦ ਸੁਣਾ ਦਿਓ। ਤੁਸੀਂ ਕਦੇ ਨਹੀਂ ਕਹਿੰਦੇ ਕਿ ਇਹ ਹੁਕਮਨਾਮਾ ਸੁਣਾ ਦਿਓ। ਸ੍ਰੀ ਮੁਖਵਾਕ ਹੁਕਮ ਜੋ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹ ਸਿੱਖ ਦੇ ਲਈ ਇੱਕ ਪ੍ਰੇਰਣਾ ਸਰੋਤ ਹੈ। ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਧਿਆਨ ਦੇਣਾ। ਸਤਿਗੁਰੂ ਕਹਿੰਦੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਸਾਡੇ ਜੀਵਨ ਦੀ ਸਭ ਤੋਂ ਵੱਡੀ ਪਰੇਸ਼ਾਨੀ ਦਿੱਕਤ ਹੀ ਇਹ ਹੈ ਕਿ ਅਸੀਂ ਹੁਕਮ ਨੂੰ ਸੁਣਦੇ ਜ਼ਰੂਰ ਹਾਂ। ਜਿਸ ਦਿਨ ਮੰਨ ਲਵਾਂਗੇ, ਪਾਤਸ਼ਾਹ ਜੀ ਕਹਿੰਦੇ ਸਤਿਗੁਰ ਕੈ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਹੈ। ਤੇ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਿਆ ਤੇ ਸਮਝ ਲੈਣਾ ਉਹ ਗੁਰੂ ਦੇ ਜਹਾਜ਼ ਵਿੱਚ ਜਾਂ ਗੁਰੂ ਦੀ ਗੋਦ ਅੰਦਰ ਬਹਿ ਗਿਆ। ਤੁਸੀਂ ਉਸ ਦਰ ਤੇ ਬੈਠੇ ਹੋ। ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜਦੋਂ ਤੁਰਠਦੇ ਨੇ ਨਾ, ਭਾਵਨਾ ਨਾਲ ਜੁੜ ਕੇ ਕੋਈ ਜਦੋਂ ਗੁਰੂ ਨੂੰ ਸੀਸ ਝੁਕਾਵੇ, ਜਦੋਂ ਗੁਰੂ ਤੁਰਠਦਾ ਹੈ ਫਿਰ ਬੂਹਾ ਖੜਕਾ ਕੇ ਦਾਤ ਦਿੰਦਾ ਹੈ। ਵੱਡੀ ਗੱਲ ਇਹ ਹੈ ਕਿ ਸਾਡੀ ਭਾਵਨਾ ਕਿੰਨੀ ਕੁ ਹੈ, ਗੁਰੂ ਪ੍ਰਤੀ ਸਾਡਾ ਨਿਸ਼ਚਾ ਕਿੰਨਾ ਹੈ। ਅੰਮ੍ਰਿਤ ਵੇਲੇ ਜੋ ਸ੍ਰੀ ਮੁਖਵਾਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੇ ਨੇ, ਗੁਰੂ ਪਾਤਸ਼ਾਹ ਜੀ ਸਾਨੂੰ ਅੱਜ ਵੀ ਆਖਦੇ ਨੇ, ਸਿੱਖਾ ਜੇ ਤੇਰੇ ਅੰਦਰ ਨਿਸ਼ਚਾ ਹੈ, ਤੂੰ ਸਭ ਕੁਝ ਕਰਨ ਖਾਰ ਪਰਮਾਤਮਾ ਨੂੰ ਮੰਨ ਲਿਆ ਹੈ, ਗੁਰੂ ਭਾਣੇ ਅੰਦਰ ਤੁਰ ਪਿਆ ਹੈ, ਗੁਰੂ ਤੇ ਤੇਰਾ ਭਰੋਸਾ ਵੱਜ ਗਿਆ ਹੈ, ਸੱਚ ਜਾਣੀ ਗੁਰੂ ਨੇ ਹਰ ਥਾਂ ਤੇਰੀ ਬੌੜੀ ਕਰਨੀ ਹੈ। ਪਰ ਜੇ ਗੁਰੂ ਪ੍ਰਤੀ ਨਿਸ਼ਚਾ ਨਹੀਂ ਹੈ, ਪਾਤਸ਼ਾਹ ਜੀ ਬਾਣੀ ਅੰਦਰ ਆਖਦੇ ਨੇ, ਜਿਸ ਪ੍ਰਤੀਤ ਨਾ ਆਵਈ ਭਾਈ ਸੋ ਜੀੜਾ ਜਲ ਜਾਓ। ਜਿਸ ਅੰਦਰ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ, ਪਾਤਸ਼ਾਹ ਜੀ ਆਖਦੇ ਉਹ ਅੰਦਰ ਸੜਦਾ ਰਹਿੰਦਾ, ਉਹ ਜਲਦਾ ਰਹਿੰਦਾ ਹੈ। ਜੇ ਅੰਦਰ ਨੂੰ ਸ਼ਾਂਤ ਕਰਨਾ ਹੈ, ਬਹੁਤ ਥਾਵੇਂ ਤੁਸੀਂ ਸੱਜੇ ਖੱਬੇ ਘੁੰਮਣ ਲਈ ਜਾਂਦੇ ਹੋ, ਪਰ ਸੱਚ ਤੇ ਇਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਆਖਦੀ ਹੈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੇ ਨਾਨਕਾ, ਜਪੰਦੜੋ ਹਰ ਨਾਮ। ਅੱਜ ਅਸੀਂ ਉਹਨੂੰ ਅੱਖ ਪਰੋਖੇ ਕਰ ਦਿੱਤਾ ਪਿਆ। ਸਤਿਗੁਰੂ ਰਹਿਮਤ ਕਰਨ ਆਓ।
ਅੱਜ ਦੇ ਨਾ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਨਾਲ ਜੁੜਨਾ ਕਰੀਏ। ਸਤਿਗੁਰੂ ਰਹਿਮਤ ਕਰਨ, ਸਾਨੂੰ ਸਮਝ ਆ ਜਾਵੇ। ਹੁਕਮ ਪੜ੍ਹਨਾ ਜਾਂ ਸੁਣਨਾ ਨਹੀਂ ਲਿਖਿਆ ਸਤਿਗੁਰੂ ਪਾਤਸ਼ਾਹ ਜੀ ਨੇ, ਵੇਖਣਾ ਵੀ ਨਹੀਂ ਲਿਖਿਆ ਨਾ ਜੀ। ਕੀ ਲਿਖਿਆ? ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਡੀ ਝੋਲੀ ਬਚਨ ਪਾਏ ਨੇ, ਹੁਕਮ ਰਜ਼ਾਈ ਚੱਲਣਾ। ਨਾ ਸੁਣਨਾ ਕਿਹਾ, ਨਾ ਪੜ੍ਹਨਾ ਕਿਹਾ, ਨਾ ਵੇਖਣਾ ਕਿਹਾ, ਨਾ ਲਿਖਣਾ ਕਿਹਾ। ਸਤਿਗੁਰੂ ਕਹਿੰਦੇ ਤੂੰ ਚੱਲੇਗਾ ਤੇ ਵੇਖ ਫਿਰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਤੂੰ ਕਿਵੇਂ ਬਣਦਾ ਹੈ। ਸਤਿਗੁਰੂ ਰਹਿਮਤ ਕਰਨ ਆਪ ਜੀ। ਜਿੰਨੇ ਵੀ ਸ਼ਰੀਰ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਜੁੜੇ ਹੋ, ਦੇਸਾਂ ਵਿਦੇਸਾਂ ਦੇ ਵਿੱਚ ਭਾਵਨਾ ਨਾਲ ਬਹਿ ਕੇ ਸਰਵਣ ਕਰ ਰਹੇ ਹੋ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਪ ਸਭਨਾਂ ਦੀ ਹਾਜ਼ਰੀ ਆਪਣੇ ਚਰਨਾਂ ਅੰਦਰ ਪ੍ਰਵਾਨ ਕਰਨ। ਆਓ ਪਵਿੱਤਰ ਬਚਨਾਂ ਦੇ ਵਿਚਾਰ ਨਾਲ ਜੁੜਨਾ ਕਰੀਏ। ਆਰੰਭਤਾ ਤੋਂ ਪਹਿਲਾਂ ਸਾਰੇ ਪਿਆਰ ਨਾਲ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ। ਸੋਰਠ ਰਾਗ ਹੈ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਉਹਨਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਇਹ ਪਾਵਨ ਵਚਨ ਹਨ ਜੀ। ਠਾਂਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਪਾਤਸ਼ਾਹ ਜੀ ਆਖਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਠੰਡ ਪਾ ਦਿੱਤੀ ਹੈ। ਜਦੋਂ ਕੋਈ ਤਪਦਾ ਹੋਵੇ ਤੇ ਤਪਸ਼ ਦੇ ਵਿੱਚੋਂ ਜੇ ਉਹਨੇ ਕਿਤੇ ਸ਼ੀਤਲਤਾ ਪ੍ਰਾਪਤ ਕਰ ਲਈ ਹੋਵੇ ਤੇ ਉਹਦਾ ਅੰਦਰ ਟਿਕ ਜਾਂਦਾ ਹੈ। ਬਾਹਰ ਸੜਕ ਉੱਤੇ ਤੁਸੀਂ ਚੱਲਦੇ ਹੋ, ਕੋਈ ਪੱਖਾ ਨਹੀਂ ਹੈ, ਤਪਸ਼ ਸਤਾਉਂਦੀ ਹੈ। ਕੋਈ ਏਸੀ ਵਾਲਾ ਕਮਰਾ ਹੋਵੇ, ਤੁਸੀਂ ਉੱਥੇ ਅੰਦਰ ਆ ਕੇ ਬਹਿ ਜਾਓ, ਤੁਹਾਨੂੰ ਠੰਡ ਮਿਲਦੀ ਹੈ। ਦੋ ਨੁਕਤੇ ਨੇ, ਬਹੁਤ ਧਿਆਨ ਨਾਲ ਸੁਣਨਾ। ਬਾਹਰ ਹੋ ਤੇ ਗਰਮੀ ਵਿੱਚ ਹੋ, ਅੰਦਰ ਆਏ ਤੇ ਠੰਡ ਮਿਲੀ, ਪਰ ਠੰਡ ਪ੍ਰਾਪਤ ਕਰਨ ਲਈ ਤੁਹਾਨੂੰ ਉਸ ਕਮਰੇ ਵਿੱਚ ਆਉਣਾ ਪਿਆ। ਅੱਜ ਸਾਰਾ ਸੰਸਾਰ ਤਪ ਰਿਹਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਕਿਹਾ ਨਾ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਪਾਤਸ਼ਾਹ ਜੀ ਨੇ ਵੇਖਿਆ ਸਾਰੇ ਸੜਦੇ ਪਏ ਨੇ। ਕਾਹਦੇ ਨਾਲ? ਈਰਖਾ ਦਵੈਸ਼ ਤੋਂ ਸੜਦੇ ਪਏ ਨੇ। ਪਰ ਜੇ ਠੰਡ ਚਾਹੀਦੀ ਹੈ, ਜਿਸ ਕਮਰੇ ਵਿੱਚ ਏਸੀ ਚੱਲਦਾ, ਤੁਹਾਨੂੰ ਉੱਥੇ ਆਉਣਾ ਪਵੇਗਾ। ਸਾਡੀ ਪਰੇਸ਼ਾਨੀ ਇਹ ਹੈ ਕਿ ਅਸੀਂ ਚਾਹੁੰਦੇ ਸਾਡੇ ਕੋਲੇ ਚੱਲ ਕੇ ਆਵੇ। ਇਹ ਨਹੀਂ ਕਿ ਨਹੀਂ ਵਰਤਦਾ। ਕੋਈ ਸਵਾਲ ਕਰ ਰਿਹਾ ਸੀ, ਕਹਿੰਦੇ ਭਾਈ ਸਾਹਿਬ, ਕਹਿੰਦੇ ਪਰਮਾਤਮਾ ਭਗਤਾਂ ਨੂੰ ਜ਼ਿਆਦਾ ਪਿਆਰ ਕਰਦਾ ਤੇ ਜਿਹੜੀ ਉਹਦੀ ਭਗਤੀ ਨਹੀਂ ਕਰਦੇ ਉਹਨਾਂ ਨੂੰ ਘੱਟ ਕਰਦਾ ਹੈ। ਫਿਰ ਬੇਨਤੀ ਕੀਤੀ, ਇੱਕ ਰੱਬ ਪਰਮਾਤਮਾ ਪਤਾ ਕੀ ਹੈ, ਬਲਦੀ ਕੋਈ ਅੱਗ ਹੈ। ਜਿਹੜਾ ਜਿੰਨਾ ਜ਼ਿਆਦਾ ਅੱਗ ਦੇ ਨੇੜੇ ਆਵੇਗਾ ਉਹਨੂੰ ਨਿੱਘ ਉਨਾ ਜ਼ਿਆਦਾ ਮਿਲੇਗਾ। ਜਿਵੇਂ ਸਰਦੀ ਵਿੱਚ ਅੱਗ ਬਲਦੀ ਹੋਵੇ, ਜੇ ਨਿੱਘ ਚਾਹੀਦਾ ਤੇ ਤੁਹਾਨੂੰ ਨੇੜੇ ਆਉਣਾ ਪਵੇਗਾ। ਭਗਤ ਕੀ ਕਰਦਾ? ਆਪਣਾ ਆਪਾ ਸਮਰਪਿਤ ਕਰਕੇ ਨੇੜੇ ਹੋ ਜਾਂਦਾ ਹੈ, ਤੇ ਅਸੀਂ ਆਪਣੀ ਮੈਂ ਕਰਕੇ ਦੂਰ ਬੈਠੇ ਹਾਂ। ਫਿਰ ਬੇਨਤੀ ਸਮਝਣਾ, ਬਾਹਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਦਰ ਦੇ ਕੜਾ ਪ੍ਰਸ਼ਾਦੀ ਦੇਗ ਵਰਤ ਰਹੀ ਹੈ। ਜਿਹੜਾ ਵਰਤਾਉਣ ਵਾਲੇ ਦੇ ਕੋਲੇ ਐਂ ਕਰੂਗਾ ਨਾ ਜਾ ਕੇ, ਉਹਨੂੰ ਜ਼ਰੂਰ ਮਿਲੂਗੀ। ਜਿਹਨੇ ਖਾਤੀ ਨਹੀਂ ਅੱਡਣਾ ਉਹਨੂੰ ਕਿੱਥੋਂ ਮਿਲ ਜੇਗੀ? ਜਿਹਨੇ ਖੱਤ ਕੀ ਨਹੀਂ ਅੱਡਣਾ ਉਹਨੂੰ ਕਿੱਥੋਂ ਮਿਲ ਜੇਗੀ? ਸਤਿਗੁਰੂ ਆਖਦੇ ਨੇ ਠਾਂਡ ਪਾਈ ਕਰਤਾਰੇ। ਮੈਂ ਦਾਤੇ ਦੇ ਕੋਲੋਂ ਖੱਤ ਜੋੜ ਕੇ ਮੰਗਿਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ 10 ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਤੇ ਜਦੋਂ ਮੰਗਿਆ ਮੇਰੇ ਗੁਰੂ ਨੇ ਮੇਰੀ ਝੋਲੀ ਦਾਤ ਪਾ ਦਿੱਤੀ। ਹਰ ਕੋਈ ਭਾਲਦਾ ਜੀ ਇਹਨੂੰ, ਤੇ ਮਿਲਣੀ ਕਿੱਥੋਂ ਕਹੇ? ਸਤਿਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ,
ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਅਗਲਾ ਬਚਨ ਕਹਿੰਦੇ ਤਾਪ ਛੋੜ ਗਿਆ ਪਰਵਾਰੇ। ਹੁਣ ਤਾਪ ਜੇ ਬੁਖਾਰ ਚੜ ਜਾਵੇ ਤੇ ਕੀ ਹੁੰਦਾ ਹੈ ਜੀ, ਬੇਚੈਨੀ ਰਹਿੰਦੀ ਹੈ। ਤੇ ਸਾਡੇ ਅੰਦਰ ਤੇ ਦਿਨ ਰਾਤ ਤਾਪ ਹੈ। ਤਾਂ ਹੀ ਤੇ ਸਤਿਗੁਰੂ ਕਹਿੰਦੇ ਤਾਪ ਪਤਾ ਕਿਹੋ ਜਿਹਾ ਹੈ, ਸਾਡੀ ਮੈਂ ਦਾ ਤਾਪ ਹੈ। ਉਹ ਵਾਲਾ ਤੇ ਦਵਾਈ ਖਾਇਆ ਘਟ ਜਾਂਦਾ ਹੈ। ਇਹ ਐਡਾ ਖਤਰਨਾਕ ਹੈ, ਸਤਿਗੁਰੂ ਬਾਣੀ ਅੰਦਰ ਆਖਦੇ ਨੇ ਇਹ ਦਿਨ ਰਾਤ ਤੜਫਾਉਂਦਾ ਹੈ। ਇਸ ਹੱਦ ਤੱਕ ਸੁਰਤ ਨੂੰ ਖਿਲਾ ਦਿੰਦਾ ਹੈ। ਇਹ ਤਾਪ ਆਪਣੇ ਆਪ ਨੂੰ ਤੇ ਸਾੜਦਾ ਹੀ, ਕਈ ਵਾਰੀ ਗੁਆਂਢੀਆਂ ਨੂੰ ਵੀ ਸਾੜਨਾ ਸ਼ੁਰੂ ਕਰ ਦਿੰਦਾ ਹੈ। ਈਰਖਾ ਵਾਲਾ ਹੈ ਨਾ, ਕਈ ਵਾਰੀ ਇਹ ਸਾਡੇ ਘਰ ਪਰਿਵਾਰ ਵਾਲਿਆਂ ਨੂੰ ਵੀ ਸਾੜਦਾ ਹੈ। ਤੇ ਜਿਹੜਾ ਜਪਣ ਵਾਲਾ ਹੈ ਨਾ ਜੀ, ਜਿਨ੍ਹਾਂ ਦੇ ਬਚਨ ਪੜ੍ਹ ਰਹੇ ਹੋ, ਉਹ ਤੇ ਤੱਤੀ ਤਵੀ ਤੇ ਵੀ ਬਹਿ ਕੇ ਆਖਦਾ ਹੈ ਤੇਰਾ ਕੀਆ ਮਿੱਠਾ ਲਾਗੇ। ਤੇ ਬਚਨ ਫੇਰ ਬੇਨਤੀ ਕਰਾਂਗਾ, ਕਮਾਉਣਾ ਪੈਣਾ ਹੈ। ਜੇ ਤੇ ਕਮਾਓਗੇ ਫਿਰ ਤੇ ਅੰਦਰ ਨੂੰ ਠੰਡ ਪਵੇਗੀ। ਕਈ ਇਹੋ ਜਿਹੇ ਵੀ ਨੇ ਬਾਣੀ ਵੀ ਪੜ੍ਹਦੇ ਨੇ ਪਰ ਤਪਦੇ ਨੇ, ਵੇਖਿਆ ਹੈ ਬਹੁਤ ਥਾਵਾਂ ਤੇ। ਖਿਮਾ ਕਰਨਾ, ਆਪ ਜੀ ਬੈਠੇ ਹੋ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜੱਥੇ ਕਈ ਗੁਰੂ ਘਰਾਂ ਵਿੱਚ ਬਣੇ ਹੋਏ ਨੇ। ਹੈਰਾਨੀ ਹੁੰਦੀ ਹੈ, ਇੱਕ ਜੱਥਾ ਬੁੱਧਵਾਰ ਨੂੰ ਕੀਰਤਨ ਕਰਦਾ, ਇੱਕ ਸ਼ਨੀਚਰਵਾਰ ਨੂੰ ਕਰਦਾ। ਇੱਕ ਦੂਜੇ ਦੇ ਨਾਲ ਨਫ਼ਰਤ ਹੈ। ਨਾਲੇ ਗੁਟਕਾ ਸਾਹਿਬ ਲੈ ਕੇ ਹੱਥ ਵਿੱਚ ਪੜਨਾ ਕਹੇ ਕੀ ਵਚਨ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨੇਚਲ ਨਾ ਹੀ ਚੀਤ। ਨਾਲੇ ਪੜੀ ਜਾਣਾ, ਨਾਲੇ ਵਿਰੋਧਤਾ ਕਰੀ ਜਾਣੀ। ਖਿਮਾ ਕਰਨਾ, ਸਾਰੀ ਜ਼ਿੰਦਗੀ ਪੜ ਲੈਣਾ, ਅੰਦਰ ਨਹੀਂ ਟਿਕੇਗਾ ਜਦੋਂ ਤੱਕ ਇਹਨਾਂ ਬਚਨਾਂ ਨੂੰ ਕਮਾਵਾਂਗੇ ਨਹੀਂ। ਪਾਤਸ਼ਾਹ ਜੀ ਉਹੀ ਆਖਦੇ ਨੇ, ਕਹਿੰਦੇ ਇਹੋ ਜੀ ਖੇਡ ਵਰਤੀ ਹੈ ਤਾਪ ਛੋੜ ਗਿਆ ਪਰਵਾਰੇ। ਹੁਣ ਪਰਿਵਾਰ ਦੀ ਅਰਥ ਇੱਥੇ ਜਿਹੜੇ ਸਾਡੇ ਗਿਆਨ ਇੰਦਰੇ ਨਾ ਜੀ, ਇਹ ਸਾਡਾ ਪਰਿਵਾਰ ਹੈ। ਸਾਡੇ ਗਿਆਨ ਇੰਦਰੇ ਅੱਖਾਂ, ਹੱਥ, ਕੰਨ, ਪੈਰ, ਇਹ ਸਾਡਾ ਪਰਿਵਾਰ ਨੇ। ਅੱਖਾਂ ਵੇਖਣ ਵਿੱਚ ਮਦਦ ਕਰਦੀਆਂ ਨੇ, ਕੰਨ ਸੁਣਨ ਵਿੱਚ ਮਦਦ ਕਰਦੇ ਨੇ। ਇਹ ਸਾਰੇ ਤਪਦੇ ਪਏ ਨੇ, ਪਰ ਕਦ ਇਹ ਸਾਰੇ ਸ਼ਾਂਤ ਹੋਏ? ਜਦੋਂ ਪ੍ਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮਿਲੀ, ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਜਦੋਂ ਗੁਰੂ ਦੀ ਸੰਗਤ ਆਈ। ਗੁਰ ਦਾਤਾ ਗੁਰ ਖਿਵੈ ਘਰ, ਗੁਰ ਦੀਪਕ ਤਿਹੁ ਲੋਏ। ਗੁਰ ਦਾਤਾ ਗੁਰ ਖਿਵੈ ਘਰ, ਬਰਫ਼ ਦਾ ਘਰ ਹੈ, ਠੰਡਕ ਦਾ। ਤੇ ਵੇਖੋ ਬਖਸ਼ਿਸ਼ ਇੰਨੀ ਕਹੇ। ਤੇ ਜੇ ਪੜਾਂਗੇ ਤੇ ਫੇਰ ਤੇ ਠੰਡ ਪੈਣੀ, ਤੇ ਪੜ ਕੇ ਨੂੰ ਕਮਾਉਣਾ ਪੈਣਾ ਹੈ। ਜੇ ਨਹੀਂ ਕਮਾਇਆ, ਖਿਮਾ ਕਰਨਾ, ਅੰਦਰ ਤਪਦਾ ਰਹੇਗਾ। ਤੇ ਆਪਾਂ ਤਪੀ ਜਾ ਰਹੇ ਹਾਂ, ਦਿਨ ਰਾਤ ਤਪਦੇ ਹਾਂ। ਤੇ ਤਪਣ ਦਾ ਕਾਰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦੱਸਿਆ ਵੀ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਕਿਉਂ? ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਾਣੀ ਨੂੰ ਭੁਲਾ ਦਿੱਤਾ ਹੈ, ਤਪੀ ਜਾ ਰਹੇ ਹਾਂ। ਤਾਕਤ ਹੈ, ਇਹ ਨਾ ਸਮਝ ਲੈਣਾ ਬਖਸ਼ਿਸ਼ ਨਹੀਂ ਹੈ ਗੁਰੂ ਦੀ ਬਾਣੀ ਅੰਦਰ। ਕਿਸੇ ਦੇ ਘਰੇ ਪ੍ਰਸ਼ਾਦਾ ਛਕਣ ਗਏ, ਧਿਆਨ ਨਾਲ ਸੁਣਨਾ, ਸੌਖਾ ਸਮਝ ਆ ਜਾਊਗਾ। ਸਾਰਾ ਪਰਿਵਾਰ ਬੈਠਿਆ ਸੀ, ਛਕਣ ਲੱਗ ਪਏ, ਪਰਿਵਾਰ ਨਾਲ ਨੇੜਤਾ ਬਹੁਤ। ਉਹਨਾਂ ਦਾ ਇੱਕ ਬੱਚਾ ਛਕਦਾ ਹੈ ਨਾਲ। ਮੈਨੂੰ ਮਾਤਾ ਜੀ ਪੁੱਛਦੇ, ਕਹਿੰਦੇ ਭਾਈ ਸਾਹਿਬ ਪ੍ਰਸ਼ਾਦਾ ਕਿਵੇਂ ਲੱਗਿਆ? ਮੈਂ ਕਿਹਾ ਜੀ ਆਨੰਦਮਈ, ਲੂਣ ਮਿਰਚ। ਮੈਂ ਕਿਹਾ ਜੀ ਬਹੁਤ ਵਧੀਆ। ਉਹ ਨਾਲ ਬੱਚਾ ਬੈਠਾ ਹੈ, ਕਹਿੰਦਾ ਦਾਦੀ ਕੀ ਬਣਾਇਆ? ਬਿਲਕੁਲ ਬੇਸਵਾਦਾ ਹੈ। ਤੇ ਮਾਤਾ ਜੀ ਮੇਰੇ ਵੱਲ ਤੱਕਣ, ਮੈਨੂੰ ਆਖਦੇ ਭਾਈ ਸਾਹਿਬ ਜੀ ਇਹਨੂੰ ਬੇਸਵਾਦਾ ਹੀ ਲੱਗਣਾ। ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਕਈ ਦਿਨ ਹੋਏ ਬੁਖਾਰ ਚੜਿਆ, ਤੇ ਬਿਮਾਰੀ ਅੰਦਰ ਗੈਲੇ ਨਿਕਲੀ ਨਹੀਂ, ਤਾਂ ਕਹਿੰਦੇ ਇਹਨੂੰ ਬੇਸਵਾਦਾ ਲੱਗਦਾ। ਜਿਸ ਦਿਨ ਬਿਮਾਰੀ ਨਿਕਲ ਗਈ ਉਸ ਦਿਨ ਸਵਾਦ ਲੱਗੂਗਾ। ਮੈਂ ਦੀ ਬਿਮਾਰੀ ਸਾਡੇ ਅੰਦਰ ਹੈ, ਉਹ ਜਦੋਂ ਤੱਕ ਰਵੇਗੀ। ਕਈ ਵਾਰੀ ਅਸੀਂ ਗੁਰੂ ਦੀ ਬਾਣੀ ਤੇ ਵੀ ਤਰਕ ਕਰ ਜਾਵਾਂਗੇ, ਪਰ ਉਹ ਨਿਕਲਣੀ ਕਦ ਹੈ? ਸਤਿਗੁਰੂ ਕਹਿੰਦੇ ਪੂਰੇ ਗੁਰ ਕਾ ਸੁਨ ਉਪਦੇਸ਼। ਜਦੋਂ ਤੂੰ ਗੁਰੂ ਦੇ ਉਪਦੇਸ਼ ਨੂੰ ਸੁਣੇਗਾ, ਪਾਤਸ਼ਾਹ ਜੀ ਕਹਿੰਦੇ ਤਾਪ ਛੋੜ ਗਿਆ ਪਰਵਾਰੇ। ਮੇਰੇ ਗਿਆਨ ਇੰਦਰੀਆਂ ਨੂੰ ਹੁਣ ਤਪਸ ਜਿਹੜੀ ਹੈ ਨਾ, ਈਰਖਾ ਜਿਹੜਾ ਦਵੈਸ਼ ਹੈ, ਉਹ ਹੁਣ ਛੱਡ ਗਿਆ ਹੈ ਜੀ। ਗੁਰਪੁਰੈ ਹੈ ਰਾਖੀ, ਸਰਣ ਸੱਚੇ ਕੀ ਤਾਕੀ। ਗੁਰਪੁਰੈ ਹੈ ਰਾਖੀ। ਗੁਰੂ ਹੋਵੇ, ਪੂਰਾ ਹੋਵੇ, ਅਧੂਰਾ ਨਹੀਂ। ਵੱਡੀ ਪਰੇਸ਼ਾਨੀ ਹੈ, ਸਾਨੂੰ ਪੂਰੇ ਨਾਲ ਜੋੜਿਆ ਸੀ,
ਆਪਾਂ ਅਧੂਰਿਆਂ ਵੱਲ ਤੁਰ ਪਏ। ਦੁਬਾਰਾ ਬੇਨਤੀ ਕਰਾਂਗਾ, ਅੱਜ ਬਹੁਤ ਬੈਠੇ ਨੇ ਦੁਨੀਆ ਦੇ ਅੰਦਰ। ਮਿਲਿਆ ਕੋਈ ਆਖਦਾ ਹੈ ਸਾਡਾ ਗੁਰੂ ਰੋਜ਼ ਨਹਾਉਂਦਾ ਹੈ, ਸਾਡਾ ਗੁਰੂ ਰੋਜ਼ ਬੁਰਸ ਕਰਦਾ ਹੈ। ਪੂਰੇ ਗੁਰੂ ਬਾਰੇ ਸੁਣਨਾ, ਸਾਡਾ ਗੁਰੂ ਰੋਜ਼ ਬੁਰਸ ਕਰਦਾ ਹੈ, ਸਾਡਾ ਗੁਰੂ ਰੋਜ਼ ਨਹਾਉਂਦਾ ਹੈ। ਸਾਡਾ ਗੁਰੂ ਜਿਹੜਾ ਹੈ ਜੀ, ਉਹ ਤੇ ਬਹੁਤ ਸੋਹਣੇ ਵਸਤਰ ਪਾਉਂਦਾ ਹੈ। ਦਾਸ ਨੂੰ ਕਹਿ ਰਿਹਾ, ਮੈਂ ਕਿਹਾ ਜੀ ਫੇਰ? ਕਹਿੰਦੇ ਸਾਡਾ ਗੁਰੂ ਬਹੁਤ ਚੰਗਾ ਹੈ। ਬੇਨ ਕਹਿੰਦੇ ਤੁਹਾਡਾ ਗੁਰੂ ਤੇ ਰੋਜ਼ ਨਹਾਉਂਦਾ ਵੀ ਨਹੀਂ, ਤੁਹਾਡਾ ਗੁਰੂ ਬੁਰਸ਼ ਵੀ ਨਹੀਂ ਕਰਦਾ। ਮੈਂ ਕਿਹਾ ਸਵੇਰੇ ਜਦ ਤੇਰਾ ਗੁਰੂ ਉੱਠਦਾ ਨਾ, ਉਹਦਾ ਮੂੰਹ ਜਾ ਕੇ ਸੂੰਘੀ, ਉਹਦੇ ਵਿੱਚੋਂ ਬਦਬੂ ਆਵੇਗੀ। ਮੇਰੇ ਗੁਰੂ ਦੇ ਕੋਲੇ ਆ ਕੇ ਬੈਠੇਗਾ ਨਾ, ਜਿਹੜੀ ਤੇਰੇ ਅੰਦਰ ਮੈਂ ਦੀ ਵਿਕਾਰਾਂ ਦੀ ਬਦਬੂ ਪਈ ਹੈ ਉਹ ਵੀ ਕੱਢ ਕੇ ਰੱਖ ਦੇਣੀ ਜਦੋਂ ਮੇਰਾ ਗੁਰੂ ਬੋਲਦਾ ਹੈ। ਤੇਰੇ ਗੁਰੂ ਦੇ ਕੰਨਾਂ ਵਿੱਚ ਜਾ ਕੇ ਡੱਕਾ ਫੇਰੀ, ਉਹਦੇ ਵਿੱਚੋਂ ਮੈਲ ਨਿਕਲੇਗੀ। ਤੇ ਮੇਰੇ ਗੁਰੂ ਦੇ ਕੋਲੇ ਆਵੇਗਾ, ਮੇਰੇ ਗੁਰੂ ਨੇ ਤੇਰੇ ਕੰਨਾਂ ਦੀ ਕਿ ਤੇਰੇ ਹਿਰਦੇ ਤੱਕ ਦੀ ਮੈਲ ਧੋ ਦੇਣੀ ਹੈ। ਜੋ ਸਾਨੂੰ ਗੁਰੂ ਮਿਲਿਆ ਸ਼ਬਦ। ਅੱਜ ਕੋਈ ਕਹਿੰਦਾ ਹੈ ਸਾਡਾ ਬਾਬਾ ਇਹ ਕਹਿੰਦਾ ਹੈ, ਸਾਡਾ ਇਹ ਕਹਿੰਦਾ ਹੈ। ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਨਾਲ ਜੁੜਨਾ। ਹਮੇਸ਼ਾ ਇਹੀ ਕਹੋਗੇ, ਜਿਹੜੇ ਅੱਜ ਕਹਿੰਦੇ ਨੇ ਕਹਿੰਦਾ ਹੈ, ਉਹ ਇੱਕ ਦਿਨ ਆਖਣਗੇ ਕਿ ਕਹਿੰਦਾ ਸੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜੋਗੇ। ਅੱਜ ਵੀ ਬਚਨ ਇਹੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੁਗਾਂ ਜੁਗ ਪਲਟ ਜਾਣਗੇ, ਪਰ ਇੱਥੇ ਕਦੇ ਸੀ ਨਹੀਂ ਜੇ ਆਵੇਗਾ। ਤਾਂ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ। ਪਾਤਸ਼ਾਹ ਜੀ ਕਹਿੰਦੇ ਗੁਰ ਪੂਰੇ ਹੈ ਰਾਖੀ, ਮੇਰੇ ਪੂਰੇ ਗੁਰੂ ਨੇ ਰੱਖ ਲਈ। ਸੱਚ ਹੈ, ਜਿਹਦਾ ਗੁਰੂ ਰਾਖਾ ਬਣ ਜਾਵੇ ਨੇ, ਜਾਮ ਗੁਰੂ ਕੋਏ ਬਲ ਲਖ ਬਾਹੇ ਕਿਆ ਕੀਜੇ, ਜੇ ਗੁਰੂ ਵੱਲ ਹੋ ਜਾਵੇ। ਅਗਲਾ ਵਚਨ ਕਹਿੰਦੇ ਸਰਨ ਸੱਚੇ ਕੀ ਤਾਕੀ। ਕਾਰਨ ਕੀ ਹੈ? ਜਦੋਂ ਤੁਸੀਂ ਗੁਰੂ ਦੇ ਕੋਲੇ ਆਓਗੇ, ਗੁਰੂ ਨੇ ਸਾਨੂੰ ਇੱਕ ਸਿੱਖਿਆ ਦੇਣੀ ਹੈ। ਉਹ ਸਿੱਖਿਆ ਕਿਹੜੀ ਹੈ? ਤਿਸ ਕੀ ਕਰ ਆਸ ਮਨ ਜਿਸ ਕਾ ਸਬਸ ਵਿਸਾਓ। ਮੇਰੇ ਮਨ ਉਹਦੀ ਆਸ ਰੱਖੀ ਜਿਹਦੇ ਆਸਰੇ ਸਭ ਕੁਝ ਟਿਕਿਆ ਹੈ, ਜਿਹਦੇ ਆਸਰੇ ਸਭ ਕੁਝ ਟਿਕਿਆ ਹੈ। ਮੇਰੀ ਆਸ ਨਾ ਰੱਖੀ, ਮੈਂ ਤੇ ਆ ਜਾ ਕੱਲ ਚੱਲ ਜਾਵਾਂਗਾ। ਪੂਰੇ ਗੁਰੂ ਨੇ ਇਹ ਸਿੱਖਿਆ ਦੇਣੀ। ਤਾਂ ਹੀ ਪਾਤਸ਼ਾਹ ਜੀ ਕਹਿੰਦੇ ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਏ। ਜਦੋਂ ਸੱਚੇ ਦੀ ਸ਼ਰਨ ਤੇ ਇਹ ਗੁਰੂ ਨੇ ਸਿੱਖਿਆ ਦੇਣੀ ਹੈ ਜੀ। ਨਹੀਂ ਤੇ ਦੁਨੀਆ ਤੇ ਆਸਰੇ ਬਹੁਤ ਤੱਕੀ ਫਿਰਦੀ ਹੈ। ਪਤਾ ਨਹੀਂ ਕਿਹੜੇ ਕਿਹੜੇ ਆਸਰੇ। ਜਿਸ ਦਰ ਤੇ ਤੁਸੀਂ ਬੈਠੇ ਹੋ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਪ ਆਖਦੇ ਨੇ, ਕਹਿੰਦੇ ਮੈਂ ਸਾਰੇ ਆਸਾਂ ਛੱਡ ਕੇ ਇੱਕ ਕਰਤੇ ਪਰਮਾਤਮਾ ਦੀ ਆਸ ਰੱਖੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਗੁਰ ਪੂਰੇ ਹੈ ਰਾਖੀ, ਮੇਰੇ ਪੂਰੇ ਗੁਰੂ ਨੇ ਮੇਰੀ ਰੱਖ ਲਈ ਹੈ। ਸਰਨ ਸੱਚੇ ਕੀ ਤਾਕੀ। ਤੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਕਿ ਜੇ ਆਸ ਰੱਖਣੀ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰੱਖਣੀ ਹੈ ਜੀ। ਪਰਮੇਸ਼ਰ ਆਪ ਹੁਆ ਰਖਵਾਲਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੁਣ ਮੇਰਾ ਰਖਵਾਲਾ ਬਣ ਗਿਆ ਹੈ। ਉਹ ਰਖਵਾਲਾ ਬਣ ਜਾਵੇ ਨਾ ਜੀ। ਵੇਖੋ ਸਰੀਰ ਜਿਹੜੇ ਰਖਵਾਲੇ ਨੇ ਨਾ, ਉਹ ਇੱਥੇ ਤੁਹਾਡੀ ਰਾਖੀ ਕਰੇਗਾ, ਪਰ ਪਰਮਾਤਮਾ ਉਹ ਹਰ ਥਾਂ ਤੇ ਹੈ। ਜਿੱਥੇ ਵੀ ਪੁਕਾਰੋਗੇ ਉਹ ਹਰ ਥਾਂ ਤੇ ਹੈ। ਭਗਤ ਰਵਿਦਾਸ ਸਾਹਿਬ ਜੀ ਕਹਿ ਰਹੇ ਨੇ ਨਾ, ਕਹਿ ਰਵਿਦਾਸ ਖਾਤ ਪੈ ਨੇਰੇ ਸਹਿਜੇ ਹੋਏ ਸੋ ਕੋਈ। ਤੇਰਾ ਹੱਥ ਵੀ ਤੇਰੇ ਨਾਲੋਂ ਦੂਰ ਹੈ, ਉਹ ਤੇਰੇ ਇੰਨਾ ਜ਼ਿਆਦਾ ਨੇੜੇ ਹੈ, ਤੇਰਾ ਹੱਥ ਵੀ ਦੂਰ ਹੈ। ਤੇ ਸਾਡੀ ਪਰੇਸ਼ਾਨੀ ਕੀ ਹੈ? ਅਸੀਂ ਸੰਸਾਰ ਤੋਂ ਆਸ ਭਾਲਦੇ ਹਾਂ, ਸਾਡੀਆਂ ਆਸਾਂ ਹੋਰ ਨੇ। ਪਰਮੇਸ਼ਰ ਆਪ ਹੋਵਾ ਰਖਵਾਲਾ। ਤੇ ਜਿਹਦਾ ਰਖਵਾਲਾ ਪਰਮਾਤਮਾ ਬਣ ਜਾਵੇ, ਫਿਰ ਸਤ ਸੰਗਤ ਤੁਸੀਂ ਪੜ੍ਹਦੇ ਹੋ ਰੋਜ਼, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪਰ ਧਿਆਨ ਦੇਣਾ ਜੀ, ਪ੍ਰਹਿਲਾਦ ਨੇ ਆਪਣੇ ਪਿਤਾ ਦੀ ਵੀ ਪਰਵਾਹ ਨਹੀਂ ਜੇ ਕੀਤੀ ਸੀ। ਸਭ ਤੋਂ ਨੇੜੇ ਦਾ ਰਿਸ਼ਤਾ ਹੈ ਨਾ, ਪਿਤਾ ਦੀ ਵੀ ਪਰਵਾਹ ਨਹੀਂ ਕੀਤੀ। ਅਸੀਂ ਤੇ ਦੁਨੀਆ ਦੀ ਪਰਵਾਹ ਕਰੀ ਜਾਂਦੇ, ਇਹ ਬਚਾ ਲੂ, ਉਹ ਬਚਾ ਲੂ, ਉਹ ਬਚਾ ਲੂਗਾ। ਸਤਿਗੁਰੂ ਆਖਦੇ ਨੇ ਨਹੀਂ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈਂ ਤੁਮ ਰਾਖਣ ਖਾਰੇ। ਜਿੰਨੇ ਉੱਥੇ ਰੱਖਿਆ ਉਹ ਇੱਥੇ ਵੀ ਰੱਖੂਗਾ, ਪਰ ਸਤਿਗੁਰੂ ਆਖਦੇ ਤੂੰ ਉਹਦਾ ਭਰੋਸਾ ਰੱਖਣਾ ਹੈ ਜੀ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ,
ਮਨ ਹੁਆ ਸਦਾ ਸੁਖਾਲਾ। ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ। ਜਿਨ੍ਹਾਂ ਦੀ ਭਾਲ ਲਈ ਜ਼ਿੰਦਗੀ ਲਾ ਦਿੱਤੀ ਸੀ। ਹਰ ਕੋਈ ਚਾਹੁੰਦਾ ਹੈ ਜੀ ਸ਼ਾਂਤੀ, ਹਰ ਕੋਈ ਚਾਹੁੰਦਾ ਹੈ ਸੁਖ। ਜਿੰਨੇ ਵੀ ਤੁਸੀਂ ਆਏ ਹੋ, ਕਾਪੀ ਤੇ ਪੈਨ ਲੈ ਕੇ ਨਿਕਲ ਜਾਣਾ, ਘਰ ਘਰ ਭਾਲਣਾ, ਕਿਸੇ ਨੂੰ ਕਹਿਣਾ ਦੁੱਖ ਚਾਹੀਦਾ ਹੈ, ਹਰ ਕੋਈ ਸੁੱਖ ਮੰਗੇਗਾ, ਹਰ ਕੋਈ ਚਾਹੁੰਦਾ ਹੈ ਸੁੱਖ। ਪਰ ਖਿਮਾ ਕਰਨਾ, ਬਾਬਾ ਜੀ ਬਾਣੀ ਅੰਦਰ ਆਖਦੇ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ। ਕਹਿੰਦੇ ਦੁਨੀਆ ਇਹੋ ਜਿਹਾ ਜੂਆ ਖੇਡਦੀ ਪਈ ਹੈ, ਕਹਿੰਦੇ ਨਾਮ ਵੀ ਨਹੀਂ ਜਪਣਾ ਤੇ ਸਾਨੂੰ ਸਾਰੇ ਸੁਖ ਵੀ ਚਾਹੀਦੇ ਨੇ। ਪਾਤਸ਼ਾਹ ਜੀ ਆਖਦੇ ਨੇ ਨਹੀਂ, ਇੱਕ ਨੁਕਤਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਬਚਨਾਂ ਦੇ ਵਿੱਚੋਂ ਆਪ ਜੀ ਦੇ ਸਨਮੁਖ ਰੱਖਾਂ। ਸਤਿਗੁਰੂ ਆਖਦੇ, ਵੇਖੋ ਆਹ ਜਿਹੜੀ ਦਾਤੇ ਨੇ ਸਾਨੂੰ ਦਿੱਤੀ ਹੈ ਨਾ ਜੀਭ, ਬਾ ਕਮਾਲ ਹੈ ਦਾਤ। ਅੱਖਾਂ 2 ਦਿੱਤੀਆਂ, ਕੰਨ 2 ਦਿੱਤੇ, ਨਾਸਕਾਂ 2 ਦਿੱਤੀਆਂ ਨੇ, ਪਰ ਜੀਭ ਇੱਕੋ ਦਿੱਤੀ ਹੈ। ਦੇਖੀ ਵੀ 2 ਵਾਰੀ, ਸੁਣੀ ਵੀ 2 ਵਾਰੀ, ਸੁੰਘ ਵੀ 2 ਵਾਰੀ ਲਈ, ਪਰ ਬੋਲਣਾ ਤੋਂ 1 ਵਾਰੀ। ਬਹੁਤ ਸੋਚ ਸਮਝ ਕੇ ਬੋਲੀ, ਬੜੀ ਵੱਡੀ ਦਾਤ ਹੈ। ਕੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ, ਰਸਨਾ ਗੁਣ ਗੋਪਾਲ ਨਿਧ ਗਾਇਣ। ਕੀ ਮਿਲੇਗਾ? ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਕਿੱਥੇ ਜਾਣ ਦੀ ਲੋੜ ਹੀ ਨਹੀਂ ਕਹਿ, ਕਹਿੰਦੇ ਤੈਨੂੰ ਸਾਰੀ ਦਾਤਾਂ ਦਿੱਤੀਆਂ, ਤੈਨੂੰ ਸਾਰੀ ਦਾਤਾਂ। ਬਸ ਇਹ ਜ਼ਬਾਨ ਜਿਹੜੀ ਹੈ ਬੜੀ ਵੱਡੀ ਬਖਸ਼ਿਸ਼ ਹੈ। ਇੱਕ ਨੁਕਤਾ ਕਹਿ ਕੇ ਅੱਗੇ ਤੁਰੀਏ, ਪਾਤਸ਼ਾਹ ਜੀ ਆਖਦੇ, ਕਹਿੰਦੇ ਜੇ ਤੂੰ ਇੱਥੇ ਕੰਟਰੋਲ ਕਰ ਲਿਓ, ਤੁਸੀਂ ਸਾਰੇ ਬੈਠੇ ਹੋ, ਦੇਸਾਂ ਵਿਦੇਸਾਂ ਤੋਂ ਵੀ ਸੁਣ ਰਹੇ ਹੋ, 2 ਚੀਜ਼ਾਂ ਦਾ ਕੰਟਰੋਲ ਕਰ ਲੈਣਾ, ਮਹੀਨੇ ਬਾਅਦ ਆਪਣੇ ਘਰ ਦੇ ਵਿੱਚ ਚੇਂਜ ਵੇਖ ਸਕਦੇ ਹੋ। ਇੱਕ ਤੇ ਸਾਧ ਸੰਗਤ ਇਸ ਜ਼ਬਾਨ ਦਾ ਖਾਣ ਦਾ ਕੰਟਰੋਲ ਕਰ ਲੈਣਾ, ਤੇ ਇੱਕ ਬੋਲਣ ਦਾ। ਮਹੀਨੇ ਬਾਅਦ ਤੁਹਾਡੇ ਘਰ ਦੇ ਵਿੱਚੋਂ ਅੱਧੀਆਂ ਬਿਮਾਰੀਆਂ ਘਟ ਜਾਣਗੀਆਂ ਤੇ ਅੱਧੀਆਂ ਲੜਾਈਆਂ ਘਟ ਜਾਣਗੀਆਂ। ਵਿਚਾਰ ਕੇ ਵੇਖ ਲੈਣਾ, ਜ਼ਬਾਨ ਤੇ ਕੰਟਰੋਲ ਕਰ ਲੈਣਾ, ਅੱਧੀਆਂ ਬਿਮਾਰੀਆਂ ਤੇ ਅੱਧੀਆਂ ਲੜਾਈਆਂ। ਅਸੀਂ ਕੰਟਰੋਲ ਨਹੀਂ ਨਾ ਕਰਦੇ, ਉਹ ਜਦ ਬੋਲ ਮੂੰਹੋਂ ਨਿਕਲਦਾ ਤੇ ਫਿਰ ਕੀ ਕੁਝ ਕਰ ਜਾਂਦੇ, ਤੁਸੀਂ ਸਿਆਣੇ ਬੈਠੇ ਹੋ, ਜਾਣਦੇ ਹੋ। ਕਰਕੇ ਵੇਖਣਾ, ਅੱਜ ਤੋਂ ਇਹ ਨੁਕਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ ਕਮਾ ਕੇ ਵੇਖਣਾ, ਖਾਣ ਦਾ ਤੇ ਬੋਲਣ ਦਾ ਕੰਟਰੋਲ ਕਰ ਲੈਣਾ। ਵੇਖੋ ਫਿਰ ਪਾਤਸ਼ਾਹ ਜੀ ਕਹਿੰਦੇ, ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਵਾ ਸਦਾ ਸੁਖਾਲਾ। ਸਾਰੀ ਉਹ ਖੇਡ ਮਨ ਦੀ ਹੈ। ਕਹਿੰਦੇ ਹੁਣ ਮੇਰਾ ਮਨ ਕੀ ਹੋ ਗਿਆ? ਸੁਖਾਲਾ ਹੋ ਗਿਆ। ਤੁਸੀਂ ਵੀ ਚਾਹੁੰਦੇ ਹੋ, ਤੇ ਸਭ ਕੁਝ ਇੱਥੋਂ ਹੀ ਹੈ ਜੀ, ਮਨ ਤੋਂ। ਅੱਗੇ ਖਾਲਸੇ ਦਾ ਸਾਜਣਾ ਦਿਵਸ ਆ ਰਿਹਾ ਹੈ। ਬੇਨਤੀ ਕਰ ਦੇਣਾ, ਤੁਸੀਂ ਸਾਖੀ ਸਾਰਿਆਂ ਨੇ ਸੁਣੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਾ ਸੰਗਲਾ ਦੀਪ ਗਏ ਜੀ, ਉੱਥੇ ਦਾ ਰਾਜਾ ਸ਼ਿਵਨਾਭ ਪਾਤਸ਼ਾਹ ਜੀ ਦਾ ਅਨੰਨ ਸੇਵਕ ਬਣਿਆ। ਅਨੰਨ ਸੇਵਕ ਉਹ ਬਣਿਆ, ਉਹਦੇ ਤੋਂ ਬਾਅਦ ਉਹਦੀ ਜਿੰਨੀ ਪਰਜਾ ਸੀਗੀ ਨਾ ਜੀ, ਉਹ ਸਾਰੀ ਦੀ ਸਾਰੀ ਸਿੱਖ ਬਣ ਗਈ। ਬਹੁਤ ਧਿਆਨ ਦੇਣਾ, ਨੁਕਤਾ ਤੁਸੀਂ ਸਾਖੀ ਕਈ ਵਾਰੀ ਸੁਣੀ ਹੋਵੇਗੀ, ਪਰ ਇੱਕ ਨੁਕਤਾ ਕਮਾ ਲੈਣਾ। ਰਾਜਾ ਸਿੱਖ ਬਣਿਆ, ਪਰਜਾ ਆਪਣੇ ਆਪ ਕੀ ਬਣ ਗਈ ਜੀ? ਸਿੱਖ। ਸਾਡੀ ਬੋਡੀ ਦਾ ਰਾਜਾ ਸਾਡਾ ਮਨ ਹੈ। ਤੁਸੀਂ ਆਪਣਾ ਮਨ ਸਿੱਖ ਬਣਾ ਲੈਣਾ, ਤੁਹਾਡੀਆਂ ਅੱਖਾਂ, ਤੁਹਾਡੇ ਕੰਨ, ਤੁਹਾਡੀਆਂ ਨਾਸਕਾਂ, ਤੁਹਾਡੀ ਜੀਭ, ਸਭ ਕੁਝ ਸਿੱਖ ਬਣ ਜਾਏਗਾ। ਖਿਮਾ ਕਰਨਾ, ਅਸੀਂ ਮਨ ਨੂੰ ਸਿੱਖ ਨਹੀਂ ਜੇ ਬਣਾਉਂਦੇ, ਬਾਹਰੋਂ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਖਿਲ ਜਾਂਦੇ ਹਾਂ। ਕਿਉਂ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੜਾ ਪ੍ਰਸ਼ਾਦ ਚੜਾ ਕੇ ਆਏ ਸਤ ਸੰਗਤ, ਹੋਰ ਬਤੇਰਾ ਕੁਝ ਤੁਸੀਂ ਗੁਰੂ ਹਜ਼ੂਰੀ ਵਿੱਚ ਚੜਾਉਂਦੇ ਹੋ, ਇੱਥੇ ਮੱਥਾ ਟੇਕ ਦੋ, ਚੁੱਕਦੇ ਨਹੀਂ ਨਾ ਕੁਝ ਵੀ। ਅੱਜ ਆਇਓ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ, ਆਪਣਾ ਮਨ ਵੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਅੰਦਰ ਟੇਕ ਜਾਣਾ, ਆਪਣੀ ਮੱਤ ਗੁਰੂ ਨੂੰ ਦੇ ਜਾਣਾ, ਗੁਰੂ ਦੀ ਮੱਤ ਲੈ ਜਾਣਾ। ਤੇ ਜਿਸ ਦਿਨ ਗੁਰੂ ਦੀ ਮੱਤ ਲੈ ਗਏ, ਸੁਖਾਲੇ ਹੋ ਜਾਓਗੇ। ਉਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਮਨ ਹੋਵਾ ਸਦਾ ਸੁਖਾਲਾ। ਰਹਾਉ ਹਰ ਹਰ ਨਾਮ ਦਿਓ ਦਾਰੂ। ਗੁਰੂ ਨੇ ਕਿਰਪਾ ਕੀਤੀ, ਮੈਨੂੰ ਸਭ ਤੋਂ ਵੱਡੀ ਦਵਾ ਦੇ ਦਿੱਤੀ, ਨਾਮ। ਸਰਬ ਰੋਗ ਕੋ ਔਖਦ ਨਾਮ, ਸਾਰੇ ਰੋਗਾਂ ਦੀ ਦਵਾਈ ਹੈ। ਤੇ ਅੱਜ ਅਸੀਂ ਇਸ ਦਵਾਈ ਨੂੰ ਨਾ ਤਲਾਂਜਲੀ ਦੇਈ ਜਾਂਦੇ ਹਾਂ। ਅੱਜ ਮੰਨ ਲੈਣਾ, 2 ਮਹੀਨੇ ਬਾਅਦ, 2 ਸਾਲ ਬਾਅਦ, 4 ਸਾਲ ਬਾਅਦ ਇੱਕੋ ਇੱਕ ਬੇਨਤੀ ਹੈ, ਨਾਨਕ ਕੈ ਘਰ ਕੇਵਲ ਨਾਮ।
ਉਹ ਮਰਜ਼ੀ ਹੈ ਤੁਹਾਡੀ। ਫਿਰ ਬੇਨਤੀ ਦੁਬਾਰਾ ਦੁਹਰਾ ਰਹੇ ਹਾਂ, ਅੱਜ ਮੰਨ ਲੈਣਾ 2 ਮਹੀਨੇ ਬਾਅਦ 2 ਸਾਲ ਬਾਅਦ ਜਿਸ ਦਰ ਤੇ ਤੁਸੀਂ ਬੈਠੇ ਹੋ ਨਾ, ਉਹ ਦਾਤਾ ਰੋਜ਼ ਸਾਨੂੰ ਆਖਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ, ਹਰ ਨਾਮ ਧਿਆਵੇ। ਅੱਧੇ ਤੇ ਕਲੇ ਵੀ ਚੱਕਰ ਵਿੱਚ ਪਏ ਕੋਈ ਨੇ। ਭਾਈ ਸਾਹਿਬ ਜੀ ਇਹ ਦੱਸੋ, ਬੁਰਸ ਕਰਕੇ ਜਪਣਾ ਚਾਹੀਦਾ ਜਾਂ ਬਿਨਾਂ ਬੁਰਸ ਕਰੇ ਤੋਂ ਜਪਣਾ ਚਾਹੀਦਾ ਹੈ? ਪਾਤਸ਼ਾਹ ਜੀ ਕਹਿੰਦੇ ਅੱਖ ਖੁੱਲਦੇ ਸਾਰ ਸ਼ੁਰੂ ਹੋ ਜਾਇਆ ਕਰ, ਛੱਡਣਾ ਨਹੀਂ ਜੇ ਕਹਿ। ਕਈਆਂ ਨੇ ਇਹਨੂੰ ਕਹਿ ਦਿੱਤਾ ਹੈ ਤੇ ਤੋਤਾ ਰਟਣੀ ਕਹਿ ਜੀ, ਖਿਮਾ ਕਰਨਾ। ਇੱਥੇ ਤੇ ਉਹ ਤਰ ਗਏ ਜਿਨ੍ਹਾਂ ਨੇ ਤੋਤਿਆਂ ਨੂੰ ਰਟਾਇਆ। ਗਨਕਾ ਤੋਤੇ ਨੂੰ ਹੀ ਰਟਾਇਆ ਨਾ। ਅੱਜ ਅਸੀਂ ਬਹੁਤ ਜ਼ਿਆਦਾ ਮਸ਼ੀਨੀ ਯੁੱਗ ਵਾਲੇ ਬਣੇ ਕਾ। ਨਹੀਂ ਜੀ, ਨਾਮ ਤੋਂ ਬਿਨਾਂ ਨਹੀਂ ਜੀ ਖੇਡ ਬੜਨੀ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਪਾਤਸ਼ਾਹ ਜੀ ਕਹਿੰਦੇ ਹਰ ਹਰ ਨਾਮ ਦਿਓ ਦਾਰੂ। ਮੇਰੇ ਗੁਰੂ ਨੇ ਮੈਨੂੰ ਨਾਮ ਦੀ ਦਾਰੂ ਭਾਉ ਕੇ ਨਾਮ ਦੀ ਔਖਦ ਬਖਸ਼ਿਸ਼ ਕੀਤੀ ਹੈ। ਤਿਨ ਸਗਲਾ ਰੋਗ ਬਿਦਾਰੂ। ਤੇ ਨਾਮ ਨੇ ਬਖਸ਼ਿਸ਼ ਕੀ ਕੀਤੀ? ਸਭ ਤੋਂ ਵੱਡਾ ਰੋਗ ਕਿਹੜਾ ਜੀ? ਖੌਮੈ, ਉਹ ਕੱਟ ਦਿੱਤੇ। ਮੈਂ ਕਰਕੇ ਸਾਰੀ ਪਰੇਸ਼ਾਨੀ ਕਿ ਜਿਸ ਦਿਨ ਮੈਂ ਖਤਮ ਹੋਣਾ, ਸਮਝ ਲੈਣਾ ਸਾਰੇ ਦੁੱਖ ਖਤਮ ਹੋ ਜਾਣੇ। ਪਾਤਸ਼ਾਹ ਜੀ ਕਹਿੰਦੇ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਾ ਸਰੇ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਹੁਣ ਸਤਿਗੁਰੂ ਆਖਦੇ ਕੀ ਹੋਇਆ ਜੀ? ਤਿੰਨ ਸਗਲਾ ਰੋਗ ਬਿਦਾਰੂ। ਹਉਮੈ ਦਾ ਜਿਹੜਾ ਰੋਗ ਸੀ ਨਾ, ਉਹ ਮੇਰੇ ਗੁਰੂ ਨੇ ਖਤਮ ਕਰ ਦਿੱਤਾ। ਨਾਮ ਤੋਂ ਬਿਨਾ ਨਹੀਂ ਖਤਮ ਹੋਣਾ, ਸਿਮਰਨ ਤੋਂ ਬਿਨਾ ਨਹੀਂ ਖਤਮ ਹੋ ਸਕਦਾ। ਕਿਉਂ? ਹਰ ਸਿਮਰਨ ਮੈਂ ਆਪ ਨਿਰੰਕਾਰਾ। ਤਾਂ ਹੀ ਕਿਹਾ ਸਤਿਗੁਰੂ ਪਾਤਸ਼ਾਹ ਜੀ ਨੇ, ਕਹਿੰਦੇ ਨਾ ਖਤਰਨਾਕ ਰੋਗ ਹੈ ਨਾ, ਇਹਦੀ ਕੋਈ ਦਵਾ ਹੈ ਹੀ ਨਹੀਂ। ਮੈਂ ਜਿਸ ਦਿਨ ਤੁਹਾਡੇ ਅੰਦਰੋਂ ਖਤਮ ਹੋਵੇਗੀ, ਸਮਝ ਲੈਣਾ ਉਸ ਦਿਨ ਮਿਲਾਪ ਹੈ। ਪੰਜਾਬ ਦਾ ਇੱਕ ਕਲਚਰ ਕਹਿ ਸਕਦੇ, ਚਲੋ ਗੁਰਮਤ ਨਹੀਂ ਮੰਨਦੀ, ਫਿਰ ਵੀ ਉਦਾਹਰਣ ਦੇਣ ਲੱਗਾ, ਤੁਸੀਂ ਧਿਆਨ ਦੇਣਾ। ਪਿੰਡਾਂ ਵਿੱਚ ਪਹਿਲਾਂ ਬਨੇਰੇ ਤੇ ਕਾਂ ਬਹਿ ਜਾਂਦਾ ਸੀ ਨਾ ਜੀ, ਤੇ ਕਹਿੰਦੇ ਜੇ ਕਾਂ ਕਾਂ ਕਰਕੇ ਉੱਡ ਜਾਂਦਾ ਸੀ ਤੇ ਫਿਰ ਆਪਾਂ ਕੀ ਕਹਿੰਦੇ ਸੀ? ਅੱਜ ਘਰੇ ਕਿਸੇ ਨੇ ਆਉਣਾ ਹੈ, ਮਹਿਮਾਨ ਆਉਣਾ ਹੈ। ਉਹਦਾ ਤੇ ਮੈਨੂੰ ਨਹੀਂ ਪਤਾ, ਪਰ ਭਗਤ ਕਬੀਰ ਸਾਹਿਬ ਨੇ ਇੱਕ ਬਚਨ ਆਖਿਆ, ਕਮਾ ਲੈਣਾ ਹੈ ਵੀ। ਭਗਤ ਸਾਹਿਬ ਆਖਦੇ ਨੇ, ਉਡੋ ਨਾ ਕਾਗਾ ਕਾਰੇ, ਬੇਗ ਮਿਲੀ ਜੈ ਆਪਣੇ ਰਾਮ ਪਿਆਰੇ। ਤੂੰ ਆਪਣੇ ਹਿਰਦੇ ਰੂਪੀ ਬਨੇਰੇ ਤੋਂ ਮੈਂ ਰੂਪੀ ਕਾਂ ਉਡਾ ਦੇ। ਜਿਸ ਦਿਨ ਉੱਡਿਆ ਤੇ ਉੱਡਣਾ ਕਿਵੇਂ ਕਹਿ? ਉਹ ਪਹਿਲਾਂ ਸਤਿਗੁਰੂ ਨੇ ਦੱਸ ਦਿੱਤਾ, ਹਰ ਹਰ ਨਾਮ ਦਿਓ ਦਾਰੂ। ਕਬੀਰ ਕੇਸੋ ਕੇਸੋ ਕੂਕੀਏ, ਨਾ ਸੋਈਆ ਸਾਰ। ਪਰਿੰਦਿਆਂ ਨੂੰ ਉਡਾਣਾ ਹੋਵੇ, ਉੱਚੀ ਆਵਾਜ਼ ਕਰਨੀ ਪੈਂਦੀ ਹੈ। ਤੇ ਬਾਬਾ ਜੀ ਕਹਿੰਦੇ ਜਿਸ ਦਿਨ ਤੇਰੇ ਅੰਦਰੋਂ ਇਹ ਕਾਂ ਉੱਡ ਗਿਆ, ਕਿਹੜਾ? ਉਡੋ ਨਾ ਕਾਗਾ ਕਾਰੇ, ਬੇਗ ਮਿਲੀ ਜੇ ਆਪਣੇ ਰਾਮ ਪਿਆਰੇ। ਬੇਗ ਦੇ ਅਰਥ ਹੁੰਦੇ ਬਹੁਤ ਤੇਜ਼ੀ ਨਾਲ ਮਿਲਾਪ ਹੋਵੇਗਾ। ਜੇ ਚਾਹੁੰਦਾ ਹੈ ਰੱਬੀ ਮਿਲਾਪ, ਤੇ ਕਹਿੰਦੇ ਫਿਰ ਤੈਨੂੰ ਮੈਂ ਛੱਡਣੀ ਪੈਣੀ। ਤੇ ਉਹਦਾ ਇਲਾਜ ਇੱਕੋ ਇੱਕ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ, ਹਰ ਹਰ ਨਾਮ ਦਿਓ ਦਾਰੂ, ਤਿਨ ਸਗਲਾ ਰੋਗ ਬਿਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਆਪਣੀ ਕਿਰਪਾ ਧਾਰੀ, ਮੇਰੇ ਗੁਰੂ ਨੇ ਰਹਿਮਤ ਕੀਤੀ ਹੈ, ਆਪਣੀ ਕਿਰਪਾ ਮੇਰੇ ਉੱਤੇ ਬਖਸ਼ਿਸ਼ ਜਿਹੜੀ ਹੈ ਉਹ ਕਰ ਦਿੱਤੀ ਹੈ। ਫਿਰ ਦੁਬਾਰਾ ਦੁਹਰਾਵਾਂ ਜੀ, ਕਿਰਪਾ ਮਿਲੇਗੀ ਕਿਹਨੂੰ? ਜਿਹੜਾ ਹੱਥ ਜੋੜ ਕੇ ਆਖੇਗਾ, ਦਾਤਿਆ ਮੇਰੀ ਝੋਲੀ ਦਾਤ ਪਾ ਦੇ। ਲੰਗਰ ਵਿੱਚ ਬਹਿ ਜਾਂਦੇ ਆ ਨਾ ਜੀ, ਥਾਲ ਅੱਗੇ ਆ ਜਾਂਦਾ ਹੈ। ਜੇ ਬਾਲਟੀ ਵਾਲਾ ਇੱਧਰ ਨੂੰ ਲੰਘ ਜਾਵੇ ਨਾ, ਕਾਹਲ ਹੁੰਦੀ ਹੈ, ਛੇਤੀ ਇੱਧਰ ਪਾ ਦੇ। ਜਦੋਂ ਗੁਰੂ ਦੀ ਖਜੂਰੀ ਵਿੱਚ ਬੈਠਦੇ ਹੋ ਨਾ, ਆਪਣੇ ਮਨ ਦਾ ਥਾਲ ਸਜਾ ਕੇ, ਦਾਤਿਆ ਤੂੰ ਕਿਰਪਾ ਕਰ, ਜਿੱਥੇ ਉੱਥੇ ਪ੍ਰਸ਼ਾਦਾ ਛਕ ਕੇ ਤਨ ਰੱਜਦਾ ਹੈ, ਤੂੰ ਨਾਮ ਦੀ ਦਾਤ ਦੇ, ਮੇਰਾ ਮਨ ਰੱਜ ਜਾਵੇ, ਮੇਰਾ ਮਨ ਰੱਜ ਜਾਵੇ। ਆਖਦੇ ਨੇ ਪਾਤਸ਼ਾਹ ਜੀ, ਆਪਣੀ ਕਿਰਪਾ ਧਾਰੀ, ਮੇਰੇ ਗੁਰੂ ਨੇ ਆਪਣੀ ਕਿਰਪਾ ਬਖਸ਼ਿਸ਼ ਮੇਰੇ ਉੱਤੇ ਕਰ ਦਿੱਤੀ ਹੈ। ਸੱਚ ਹੈ, ਪਤਾ ਨਹੀਂ ਕਿੰਨੇ ਤਪਦੇ ਹੋਏ ਇਸ ਦਰ ਤੋਂ ਠਰੇ ਨੇ। ਜਦੋਂ ਗੁਰੂ ਦੀ ਰਹਿਮਤ ਵਰਤਦੀ ਹੈ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਬੈਠੇ ਕੋ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੂੰ ਬਹੁਤ ਕਿਹਾ ਆ ਕੇ ਪਰਿਵਾਰ ਵਾਲਿਆਂ ਨੇ, ਪਰ ਕਿਰਪਾ ਪਤਾ ਕਦ ਮਿਲੇਗੀ? ਜਦੋਂ ਤੁਸੀਂ ਦੂਜਿਆਂ ਦੀ ਪਰਵਾਹ ਨਹੀਂ ਕਰੋਗੇ। ਬੇਨਤੀ ਕਰਦੇ ਨਾ, ਜਿਸ ਦਿਨ ਕਿਹਾ ਨਾ ਆ ਕੇ ਜੀ, ਇਹ ਵੀ ਜਨਮਿਓ ਬੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ।
ਇਸਨੇ ਤੋਂ ਸਿਰ ਮਾਟੀ ਪਾਈ, ਕਹਿੰਦੇ ਨੇ ਆਪਣੇ ਸਿਰ ਤੇ ਨਹੀਂ ਮਿੱਟੀ ਚੁੱਕੀ, ਇਹਨੇ ਤੇ ਸਾਡੇ ਸਿਰ ਤੇ ਪਾ ਦਿੱਤੀ। ਗੁਰੂ ਅਮਰਦਾਸ ਸਾਹਿਬ ਬਖਸ਼ਿਸ਼ਾਂ ਦੇ ਦਾਤੇ ਸੋਢੀ ਸੁਲਤਾਨ ਨੂੰ ਕਹਿੰਦੇ, ਜੇਠਿਆ ਤੈਨੂੰ ਇਹਨਾਂ ਦੀ ਬਾਤ ਦਾ ਬੁਰਾ ਨਹੀਂ ਲੱਗਿਆ? ਇਹਨਾਂ ਨੇ ਤੈਨੂੰ ਇੰਨਾ ਕੁਝ ਕਿਹਾ, ਤੈਨੂੰ ਕੋਈ ਦੁੱਖ ਨਹੀਂ ਹੋਇਆ? ਇੱਕ ਉਦਾਹਰਣ ਦਿੱਤੀ ਬਾ ਕਮਾਲ, ਕਮਾ ਲੈਣਾ। ਕਹਿੰਦੇ ਸਤਿਗੁਰੂ ਕੋਈ ਸੁਹਾਗਣ ਹੋਵੇ ਨਾ ਤੇ ਉਹ ਆਪਣੇ ਪਤੀ ਦੇ ਨਾਲ ਕਹਿੰਦੇ ਕਿਤੇ ਵਿਆਹ ਵਿੱਚ ਚਲੀ ਗਈ, ਉਹਦੇ ਘਰੇ ਪੇਕੇ ਵਿਆਹ ਸੀ, ਤੇ ਜਿਸ ਦਿਨ ਵਿਆਹ ਵਾਲਾ ਦਿਨ ਸੀਗਾ ਨਾ, ਸਾਰੀਆਂ ਬੀਬੀਆਂ ਭੈਣਾਂ ਉੱਥੇ ਇਕੱਠੀਆਂ ਹੋਈਆਂ ਤੇ ਇੱਧਰ ਬਰਾਤ ਆਈ, ਕੋਈ ਸਾਰੇ ਕਾਰ ਵਿਹਾਰ ਹੋਈ ਜਾਂਦੇ, ਉਹਦੀਆਂ ਨਾਲ ਭੈਣਾਂ ਹੋਰ ਪਿੰਡ ਦੀਆਂ ਭੈਣਾਂ ਉਹਦੀਆਂ ਉਹਨੂੰ ਕਹਿੰਦੀਆਂ, ਭੈਣੇ ਇੱਕ ਗੱਲ ਦਾ ਜਵਾਬ ਦਿਓ। ਕਹਿੰਦੀ ਕੀ? ਕਹਿੰਦੇ ਤੈਨੂੰ ਇਹੀ ਸੂਟ ਚੰਗਾ ਲੱਗਿਆ ਜਿਹੜਾ ਤੂੰ ਅੱਜ ਪਾਇਆ ਹੋਇਆ, ਇਹ ਹੋਰ ਕਿਉਂ ਨਹੀਂ ਪਾਇਆ ਤੂੰ? ਕਹਿੰਦੇ ਨਹੀਂ ਮੈਨੂੰ ਇਹੀ ਠੀਕ ਲੱਗਦਾ। ਅਸੀਂ ਵੇਖਿਆ ਤੂੰ ਤੇ ਝੋਲਾ ਭਰ ਕੇ ਲਿਆਈ, ਹੋਰ ਵੀ ਤੇਰੇ ਕੋਲੇ ਕੱਪੜੇ ਨੇ, ਇਹੀ ਕਿਉਂ ਪਾਇਆ? ਕਹਿੰਦੇ ਨਹੀਂ ਮੈਨੂੰ ਇਹੀ ਠੀਕ ਲੱਗਦਾ ਹੈ। ਇੱਕ ਨੇ, ਦੋ ਨੇ, ਤਿੰਨ ਨੇ ਕਿਹਾ, ਪੂਰਾ ਦਿਨ ਵਿਆਹ ਵਾਲਾ ਲੰਘ ਗਿਆ, ਸ਼ਾਮੀ ਵਿਦਾਈ ਹੋ ਗਈ, ਡੋਲੀ ਤੁਰ ਗਈ, ਰਾਤ ਨੂੰ ਸਾਰੇ ਇਕੱਠੇ ਹੋ ਕੇ ਬੈਠੇ, ਸਾਰੀਆਂ ਕਹਿੰਦੇ ਹੱਦ ਹੋ ਗਈ, ਉਹਨੇ ਦਿਖਾਏ ਵੀ ਕੱਪੜੇ ਇਹ ਨੇ। ਕਹਿੰਦੇ ਇਹ ਕਿਉਂ ਪਾਇਆ? ਉਹ ਕਿਉਂ ਨਹੀਂ ਪਾਏ? ਨੇ ਸੋਹਣੇ ਸੋਹਣੇ ਸੂਟ ਤੇਰੇ ਕੋਲੇ ਸੀਗੇ, ਇਹ ਕਿਉਂ ਪਾਇਆ? ਕਹਿ ਕਿਰਪਾ ਕਦ ਮਿਲਣੀ ਹੈ ਗੁਰੂ ਦੀ। ਵੇਖੋ ਵਿਚਾਰਨਾ, ਧੰਨ ਗੁਰੂ ਰਾਮਦਾਸ ਸਾਹਿਬ ਜੀ ਤੇ ਦਾਤ ਦੇ ਰਹੇ ਸੀ, ਪਰ ਪ੍ਰਿਥੀ ਚੰਦ ਜੀ ਕੀ ਕਹਿੰਦੇ? ਪ੍ਰਿਥੀ ਚੰਦ ਪਤਾ ਕੀ ਕਹਿੰਦੇ? ਕਹਿੰਦੇ ਜੀ ਮੈਂ ਨਹੀਂ ਜਾਣਾ, ਮੈਂ ਇੱਥੇ ਦਾ ਕਾਰ ਵਿਹਾਰ ਸਾਂਭਣਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨਹੀਂ, ਹੋਰ ਬਹੁਤ ਸਾਂਭਣ ਵਾਲੇ ਨੇ। ਇਹ ਵੀ ਕਈ ਵਾਰੀ ਨਾ ਸਾਨੂੰ ਭੁਲੇਖਾ ਹੁੰਦਾ ਹੈ ਕਿ ਸਾਡਾ ਕਰਕੇ ਕੁਝ ਚੱਲਦਾ ਨਹੀਂ। ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਇੱਕ ਖੜਾ। ਕਦੇ ਨਾ ਸੋਚ ਲੈਣਾ ਮੇਰਾ ਕਰਕੇ ਕੁਝ ਹੁੰਦਾ, ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ, ਮਤਾਂ ਕੋਈ ਭਰਮ ਪਾਲ ਕੇ ਬਹਿ ਜਾਵੇ। ਹੁਣ ਵੇਖੋ ਉਹ ਆਖਦੀਆਂ ਨੇ ਸਾਰੀਆਂ, ਅਸੀਂ ਤੈਨੂੰ ਕਿਹਾ ਸੀ ਆ ਪਾ ਆ ਪਾ ਆ, ਤੂੰ ਮੰਨੀ ਨਹੀਂ ਸਾਡੀ ਗੱਲ, ਇਹ ਕਿਉਂ ਪਾਇਆ? ਅਸੀਂ ਤੇ ਕਹਿੰਦੇ ਇੱਕ ਨੇ ਨਹੀਂ ਤੈਨੂੰ ਕਈਆਂ ਨੇ ਕਿਹਾ, ਗੁਆਂਢਣਾ ਨੇ ਵੀ ਕਿਹਾ। ਕਹਿੰਦੇ ਕਿਉਂ ਨਹੀਂ ਬਦਲਿਆ? ਉਹ ਫਿਰ ਆਖਦੀ ਹੈ, ਕਹਿੰਦੇ ਭਾਵੇਂ ਤੁਸੀਂ ਸਾਰਿਆਂ ਨੇ ਕਿਹਾ, ਹੋਰ ਭਾਵੇਂ 10 ਆ ਕੇ ਆਖਣ, ਭਾਵੇਂ ਸਾਰੀ ਦੁਨੀਆ ਆਖੇ ਮੈਂ ਇਹੀ ਪਾਣਾ ਸੀ, ਕਿਉਂ? ਕਹਿੰਦੇ ਮੇਰੇ ਪਤੀ ਦੀ ਪਸੰਦ ਦਾ ਸੀਗਾ, ਤੇ ਜੋ ਕੁਝ ਮੇਰੇ ਪਤੀ ਦੀ ਪਸੰਦ ਹੈ ਨਾ, ਮੈਂ ਦੁਨੀਆ ਦੀ ਪਰਵਾਹ ਨਹੀਂ ਜੇ ਕਰਨੀ, ਦੁਨੀਆ ਉਸ ਬਾਰੇ ਕੀ ਕਹਿੰਦੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਆਖਦੇ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੂੰ, ਪਾਤਸ਼ਾਹ ਜੀ ਮੈਂ ਤੁਹਾਨੂੰ ਇਦਾਂ ਚੰਗਾ ਲੱਗਦਾ ਨਾ, ਬਸ ਤੁਹਾਡੀ ਨਜ਼ਰ ਵਿੱਚ ਪ੍ਰਵਾਨ ਹੋਣਾ ਚਾਹੀਦਾ, ਮੈਂ ਦੁਨੀਆ ਤੋਂ ਕੀ ਲੈਣਾ। ਕਹਿ ਸਾਡਾ ਜ਼ੋਰ ਲੱਗਿਆ ਕਿ ਸਾਨੂੰ ਦੁਨੀਆ ਕਿਵੇਂ ਪ੍ਰਵਾਨ ਕਰੇ, ਛੱਡ ਦੇਣਾ। ਬਾਣੀ ਕਹਿੰਦੀ ਅਬ ਹਮ ਚਲੀ ਠਾਕੁਰ ਪੈ ਖਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ। ਛੱਡ ਦਈਏ ਨਾ ਦੁਨੀਆਦਾਰ ਕੀ ਕਹਿ, ਸਾਡਾ ਜ਼ੋਰ ਹੀ ਇਹ ਲੱਗਿਆ। ਪਾਤਸ਼ਾਹ ਜੀ ਕਹਿੰਦੇ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ। ਕਹਿੰਦੇ ਸਾਰੀ ਦੀ ਸਾਰੀ ਖੇਡ ਬਦਲ ਗਈ, ਅਪੁਸ਼ਟ ਬਾਤ ਤੇ ਭਈ ਸਿੱਧਰੀ। ਪੁੱਠੀ ਗੱਲ ਨਾਲੋਂ ਸਿੱਧੀ, ਦੁਸ਼ਟ ਦੂਤ ਸੱਜ ਨਹੀਂ। ਜਿਹੜੇ ਦੁਸ਼ਮਣ ਬਣੇ ਹੋਏ ਸੀ ਹੁਣ ਉਹ ਸੱਜਣ ਹੋ ਗਏ, ਪਰ ਕਦ? ਜਦੋਂ ਗੁਰੂ ਨੇ ਕਿਰਪਾ ਕੀਤੀ ਹੈ ਜੀ। ਪ੍ਰਭ ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵ ਗੁਣ ਨਾ ਵਿਚਾਰਿਆ। ਵਾਹ, ਸਤਿਗੁਰੂ ਆਖਦੇ ਪ੍ਰਭ ਆਪਣਾ ਬਿਰਦ ਸਮਾਰਿਆ। ਸੱਚ ਹੈ ਜੀ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਇਹ ਜਨਮ ਦਿੱਤਾ ਹੈ, ਸਾਨੂੰ ਇਹ ਜਨਮ ਦਿੱਤਾ ਹੈ, ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਬਿਲਕੁਲ ਸੱਚ ਹੈ ਜੀ, ਉਹ ਨਹੀਂ ਵੇਖਦਾ ਕੋਈ ਮਾੜਾ ਹੈ ਚੰਗਾ ਹੈ, ਉਹਨੇ ਪੈਦਾ ਕੀਤਾ ਹੈ, ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਉਹ ਸਾਡੀ ਝੋਲੀ ਦਾਤ ਪਾ ਰਿਹਾ, ਉਹ ਸਾਡੀ ਝੋਲੀ ਰਹਿਮਤਾਂ ਪਾ ਰਿਹਾ। ਕਦੇ ਨਹੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸੱਜੇ ਖੱਬੇ, ਬਿਲਕੁਲ ਨਹੀਂ ਜੀ। ਉਹਨੇ ਸਾਨੂੰ ਇਹ ਦਾਤ ਦਿੱਤੀ ਹੈ। ਸਤਿਗੁਰੂ ਆਖਦੇ ਉਹ ਗੁਣ ਅਵਗੁਣ ਨਹੀਂ ਵੇਖਦਾ, ਹਾਂ ਤੂੰ ਭਾਵਨਾ ਨਾਲ ਉਹਦੇ ਹੁਕਮ ਵਿੱਚ ਚੱਲਣਾ ਹੈ ਜੀ। ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਗੁਰੂ ਦਾ ਸ਼ਬਦ ਮੇਰੇ ਲਈ ਹੁਣ ਦਾਤ ਬਣਿਆ। ਗੁਰ ਕਾ ਸ਼ਬਦ ਭਇਓ ਸਾਖੀ। ਸਾਖੀ ਦੇ ਅਰਥ ਸਾਧ ਸੰਗਤ ਸਿੱਖਿਆ ਦੇਣ ਵਾਲਾ। ਸੱਚ ਹੈ ਗੁਰੂ ਦਾ ਸ਼ਬਦ ਸਿੱਖਿਆਦਾਇਕ ਹੈ। ਜਿਹੜਾ ਕਮਾ ਲੈਂਦਾ ਗੁਰ ਕਾ ਸ਼ਬਦ ਭਇਓ ਸਾਖੀ, ਗੁਰੂ ਦਾ ਸ਼ਬਦ ਮੇਰੇ ਲਈ ਹੁਣ ਚਾਨਣ ਮੁਰਾਰਾ ਬਣਿਆ। ਤਿਨ ਸਗਲੀ ਲਾਜ ਰਾਖੀ, ਹੁਣ ਮੇਰੀ ਇੱਜ਼ਤ ਰੱਖ ਲਈ ਹੈ। ਇਹਨੂੰ ਤੁਸੀਂ ਪੜ੍ਹਦੇ ਵੀ ਹੋ ਨਾ ਜੀ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ
ਹਮਾਰੇ। ਜਦੋਂ ਸੁਰਤ ਵਿੱਚ ਗੁਰੂ ਦਾ ਸ਼ਬਦ ਆਇਆ ਨਾ ਜੀ, ਗੁਰੂ ਦੇ ਸ਼ਬਦ ਨੂੰ ਤੁਸੀਂ ਸਮਝ ਲਿਆ, ਕਿਸੇ ਦੇ ਘਰ ਚੋਰੀ ਕਰਨ ਲੱਗਿਆ ਗੁਰੂ ਦਾ ਸ਼ਬਦ ਚੇਤੇ ਹੈ, ਹਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ। ਇਦਾਂ ਹੀ ਰਾਖੀ ਕਰਦਾ ਹੈ ਗੁਰੂ ਦਾ ਸ਼ਬਦ। ਇਹ ਨਾ ਸਮਝ ਲੈਣਾ ਖਿੱਸੇ ਵਿੱਚ ਪਾ ਲਿਆ, ਫੋਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪੂਰੀ ਬਾਣੀ ਹੈ, ਪਰ ਜਦੋਂ ਤੱਕ ਸੁਰਤ ਚੇਲਾ ਨਹੀਂ ਬਣੇਗੀ ਉਦੋਂ ਤੱਕ ਇੱਜ਼ਤ ਜਾਂਦੀ ਰਹੇਗੀ। ਜਿਸ ਦਿਨ ਸੁਰਤ ਚੇਲਾ ਬਣ ਗਈ ਉਸ ਦਿਨ ਇੱਜ਼ਤ ਬਚ ਜਾਣੀ ਹੈ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ, ਦਾਤਿਆ ਤੇਰਾ ਬੁਲਾਇਆ ਮੈਂ ਬੋਲਦਾ। ਸੱਚ ਹੈ, ਸਾਡੀ ਕੀ ਤਾਕਤ ਹੈ ਬੋਲਣ ਦੀ। ਉਹ ਬੁਲਾਉਂਦਾ ਤੇ ਤਾਂ ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ। ਅਸੀਂ ਨਹੀਂ ਬੋਲ ਸਕਦੇ। ਕਾਠ ਕੀ ਪੁੱਤਰੀ ਕਹਾਂ ਕਰੇ ਬਾਪਰੀ ਖਿਲਾਵਨ ਹਾਰੋ, ਜਾਣੇ ਅਸੀਂ ਕਠ ਪੁਤਲੀ ਹਾਂ। ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਖੇ, ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਗੁਣਾ ਦੇ ਖਜ਼ਾਨੇ ਹੋ ਜੀ। ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਜਪ ਨਾਨਕ ਨਾਮ ਸੱਚ ਸਾਖੀ। ਫਿਰ ਪ੍ਰੇਰਣਾ ਦਿੰਦੇ ਨੇ, ਜਪ ਦੇ ਪੱਪੇ ਦੇ ਨਾਲ ਸਿਹਾਰੀ ਲਾਈ ਹੈ, ਇਹਦਾ ਅਰਥ ਹੈ ਜਪਣਾ ਹੈ। ਜਪ ਨਾਨਕ ਨਾਮ ਸੱਚ ਸਾਖੀ, ਪਰਮਾਤਮਾ ਦਾ ਨਾਮ ਜਪੀ, ਪਰਮਾਤਮਾ ਦਾ ਨਾਮ ਤੇਰੀ ਹਰ ਥਾਂ ਤੇ ਬੌੜੀ ਕਰੇਗਾ, ਹਰ ਥਾਂ ਤੇ ਬੌੜੀ ਕਰੇਗਾ। ਆਪਣੇ ਦਾਸ ਕੀ ਆਪ ਪੈਜ ਰਾਖੀ। ਸਤਿਗੁਰੂ ਆਖਦੇ ਨੇ ਫਿਰ ਜਿਹੜੇ ਨਾਮ ਜਪਦੇ ਨੇ ਫਿਰ ਪਰਮਾਤਮਾ ਉਹਨਾਂ ਦੀ ਪੈਜ ਆਪ ਰੱਖਦਾ। ਦਾਸ ਦੇ ਅਰਥ ਹੀ ਇਹ ਨੇ ਜਿਹਦੇ ਅੰਦਰੋਂ ਦਾਵਾ ਖਤਮ ਹੋ ਗਿਆ, ਅੱਗੇ ਸੱਸਾ ਹੈ ਜਿਹਦੇ ਅੰਦਰ ਸਿਮਰਨ ਚੱਲ ਪਿਆ। ਕੱਲਾ ਦਾਸ ਇਹ ਨਹੀਂ, ਦਾਵਾ ਖਤਮ ਕਰਨ ਵਾਲੇ ਦੀ ਪੈਜ ਪਰਮਾਤਮਾ ਆਪ ਰੱਖਦਾ। ਆਓ ਚੱਲ ਰਹੀ ਲੜੀਵਾਰ ਵਿਚਾਰ ਸ੍ਰੀ ਆਨੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਉਹ ਪੌੜੀ ਦੀ ਵਿਚਾਰ ਨਾਲ ਆਪਾਂ ਜੁੜਨਾ ਕਰੀਏ ਜੀ। ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਸਤਿਗੁਰੂ ਪਾਤਸ਼ਾਹ ਜੀ ਆਖਦੇ, ਆਹੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਕਈ ਵਾਰੀ ਸਵਾਲ ਹੁੰਦਾ ਜਿਹੜਾ ਖਈ ਅਕਥ ਉਹਦੀ ਕਹਾਣੀ, ਕਹਾਣੀ ਦੇ ਅਰਥ ਇੱਥੇ ਵਡਿਆਈ ਕਰਨੀ ਹੈ। ਆਓ ਜਿਸ ਪਰਮਾਤਮਾ ਨੂੰ ਬਿਆਨ ਨਹੀਂ ਨਾ ਕੀਤਾ ਜਾ ਸਕਦਾ, ਸਾਰੇ ਰਲ ਕੇ ਉਹਦੀ ਵਡਿਆਈ ਕਰੀਏ। ਤੇ ਵਡਿਆਈ ਕਰਨ ਦਾ ਅਰਥ ਕੀ ਹੈ? ਵਡਿਆਈ ਵੱਡਾ ਪਾਇਆ, ਉਹਦੀ ਵਡਿਆਈ ਕਰਕੇ ਉਹਦੇ ਵਿੱਚ ਸਮਾਇਆ ਜਾ ਸਕਦਾ। ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣ ਕਹਿ ਕਹਿ ਕੇ ਆਓ ਆਪਾਂ ਉਹਦੀ ਵਡਿਆਈ ਕਰਨੀ ਕਰੀਏ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ। ਉਹਦੀ ਵਡਿਆਈ ਕਰੀਏ, ਰਲ ਕੇ ਸਾਰੇ ਗੁਰੂ ਦੀ ਬਾਣੀ ਨੂੰ ਪੜ੍ਹੀਏ, ਵਿਚਾਰੀਏ। ਰੱਬ ਦੀ ਵਡਿਆਈ ਪਰਮਾਤਮਾ ਦੀ ਬਾਣੀ ਸਿਫਤ ਸਲਾਹ ਹੈ। ਆਖਦੇ ਨੇ ਕਿਤ ਦੁਆਰੇ ਪਾਈਏ, ਬਾਣੀ ਵਿੱਚੋਂ ਸਮਝੀਏ ਕਿ ਕਿਹੜਾ ਢੰਗ ਹੈ, ਕਿਹੜਾ ਰਾਹ ਹੈ, ਜਿਸ ਰਾਹ ਉੱਤੇ ਤੁਰਿਆ ਉਹਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਣ ਸੁਣੋ ਜੀ ਕੀ ਆਖਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੋਰ ਇਹਦੇ ਤੋਂ ਅੱਗੇ ਹੋ ਵੀ ਨਹੀਂ ਸਕਦਾ ਕੁਝ। ਅਸੀਂ ਪਰੇਸ਼ਾਨੀ ਕੀ ਹੈ, ਤਨ ਸੌਂਪ ਦਿੱਤਾ ਮਨ ਨਹੀਂ ਜੇ ਦਿੰਦੇ। ਦਾਤਾ ਜੀ ਕਹਿੰਦੇ ਜੇ ਮਨ ਆਪਣੇ ਕੋਲੇ ਰੱਖੇਗਾ ਫੇਰ ਨਹੀਂ ਜੇ ਖੇਡ ਬਣੂਗੀ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇੱਕ ਪਾਵਨ ਮੁਖ ਵਾਕ ਆਉਂਦਾ ਜਿੱਥੇ ਪਾਤਸ਼ਾਹ ਜੀ ਕਹਿੰਦੇ, ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਖਾਈ। ਅੱਗੇ ਜਾ ਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਦੇ ਨੇ, ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਪਾਉ ਮਲੋਵਾ ਮਲ ਮਲ ਧੋਵਾ, ਇਹ ਮਨ ਤੈਕੂ ਦੇਸਾ। ਸੁਣ ਮੀਤਾ ਹੋਂ ਤੇਰੀ ਸ਼ਰਨ ਆਈ ਹੈ, ਪ੍ਰਭ ਮਿਲੋ ਦੇ ਉਪਦੇਸਾ। ਮੈਨੂੰ ਉਪਦੇਸ਼ ਦੇ ਮੈਂ ਕਿਵੇਂ ਮਿਲਾਂ? ਫਿਰ ਸਤਿਗੁਰੂ ਆਖਦੇ ਨੇ ਜੇ ਮਿਲਣਾ ਕਹਿਣਾ ਇੱਕ ਕੰਮ ਕਰਨਾ ਪੈਣਾ ਹੈ। ਸੁਣ ਮੀਤਾ ਹੋ ਤੇਰੀ ਸ਼ਰਨ ਆਈ ਹੈ, ਪ੍ਰਭ ਮਿਲੋ ਦੇ ਉਪਦੇਸਾ। ਫਿਰ ਕਹਿੰਦੇ ਮਾਨ ਨਾ ਕੀਜੈ ਸ਼ਰਨ ਪਰੀਜੈ, ਕਰੇ ਸੋ ਭਲਾ ਮਨਾਈਏ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੇ, ਇਉ ਦਰਸ਼ਨ ਹਰ ਜਿਉ ਪਾਏ। ਤਨ ਮਨ ਧਨ ਸਭ ਸੌਂਪ ਗੁਰ ਕੋ। ਇਹਦੇ ਤੋਂ ਅੱਗੇ ਕੀ ਕਰਨਾ? ਹੁਕਮ ਮੰਨਿਆ ਪਾਈਏ। ਉਹਦਾ ਹੁਕਮ ਮੰਨ ਕੇ ਹੀ ਉਹਨੂੰ ਪਾਇਆ ਜਾ ਸਕਦਾ ਹੈ। ਹੁਕਮ ਮੰਨੇ ਹੋ ਗੁਰੂ ਕੀ ਰਾਹ, ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਕੀ ਹੈ? ਪਾਤਸ਼ਾਹ ਜੀ ਆਖਦੇ ਸੱਚੀ ਬਾਣੀ ਨੂੰ ਗਾਓ।
ਗੁਰੂ ਦੀ ਬਾਣੀ ਨਾਲ ਜੁੜੋ। ਹੁਕਮ ਮੰਨਿਓ ਗੁਰੂ ਕੇਰਾ ਗਾਹੋ ਸੱਚੀ ਬਾਣੀ। ਸਤਿਗੁਰੂ ਆਖਦੇ ਸੱਚੀ ਬਾਣੀ ਨੂੰ ਗਾਵੇਗਾ, ਇਹ ਧੁਰੋਂ ਆਈ ਹੈ ਤੇ ਬਾਣੀ ਤੈਨੂੰ ਧੁਰੇ ਨਾਲ ਜੋੜ ਦਵੇਗੀ। ਕਹੈ ਨਾਨਕ ਸੁਨਹੁ ਸੰਤੋ ਕਥਿਓ ਅਕਾਥ ਕਹਾਣੀ। ਸਾਨੂੰ ਸਾਰਿਆਂ ਨੂੰ ਕਹਿੰਦੇ ਭਾਈ ਸੰਤੋ ਸੁਣੋ, ਕਥਿਓ ਅਕਥ ਕਹਾਣੀ। ਉਹ ਅਕਥ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਹਿਣਾ ਆਓ ਸਾਰੇ ਰਲ ਕੇ ਉਹਦੀ ਸਿਫਤ ਸਲਾਹ ਕਰੀਏ। ਤੇ ਉਹਦੀ ਸਿਫਤ ਸਲਾਹ ਕਰਨ ਦਾ ਢੰਗ ਇੱਕੋ ਹੈ, ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੁਸੀਂ ਬੈਠੇ ਹੋ, ਕੌਣ ਰੱਬ ਨੂੰ ਚੰਗੇ ਲੱਗਦੇ ਨੇ? ਸਤਿਗੁਰੂ ਕਹਿੰਦੇ ਖਰ ਰਸ ਚੋਗ ਚੁਗੈ ਪ੍ਰਭ ਭਾਵੇਂ ਸਰਵਰ ਮੈਂ ਹੰਸ ਪ੍ਰਾਣਪਤ ਪਾਵੇਂ। ਇਸ ਸੰਸਾਰ ਦੇ ਰੂਪੀ ਸਰੋਵਰ ਵਿੱਚ ਆਏ ਹੋ, ਇਹਨੂੰ ਛੱਡ ਕੇ ਸਤਿਗੁਰੂ ਆਖਦੇ ਨੇ ਨਾਮ ਰੂਪੀ ਸਤ ਸੰਗਤ ਰੂਪੀ ਸਰੋਵਰ ਵਿੱਚ ਜਾ ਕੇ ਕਰਤੇ ਪਰਮਾਤਮਾ ਦੀ ਯਾਦ ਨਾਲ ਜੁੜੋ। ਇਹੀ ਜੀਵਨ ਦੀ ਸਫਲਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਇਹ ਸਮਝ ਸਕੀਏ ਸਮਰਪਿਤ ਹੋਇਆਂ ਗੁਰੂ ਦੇ ਚਰਨਾਂ ਨਾਲ ਜੁੜਿਆਂ ਹੀ ਜੀਵਨ ਦੀ ਸਫਲਤਾ ਹੈ। ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਦਾਸ ਅਕਾਲ ਆਸ਼ਰਮ ਸੁਖਾਣਾ, ਉਸ ਸਥਾਨ ਤੇ ਸੇਵਾ ਕਰਦੇ ਉਹਨਾਂ ਨੇ ਤਾਂ ਉਮਰ ਸਮੂਹ ਸੰਗਤ ਨੂੰ ਸਾਰੇ ਜਗਤ ਨੂੰ ਗੁਰ ਸ਼ਬਦ ਨਾਲ ਜੋੜਿਆ। ਉਹਨਾਂ ਦਾ ਬਚਨ ਕਹਿ ਕੇ ਫਿਰ ਸਮਾਪਤੀ ਕਰੀਏ। ਉਹ ਕਿਹਾ ਕਰਦੇ ਸੀ, ਜਿਸ ਨੇ ਸੰਗਤ ਵਿੱਚ ਬੈਣ ਦਾ ਥਾਂ ਬਣਾ ਲਿਆ, ਰੱਬ ਦੇ ਘਰੇ ਉਹਦਾ ਥਾਂ ਆਪਣੇ ਆਪ ਬਣ ਜਾਊਗਾ। ਸੰਗਤ ਵਿੱਚ ਬੈਣ ਦਾ ਥਾਂ ਬਣਾਉਣਾ, ਰੱਬ ਦੇ ਘਰੇ ਤੁਹਾਡਾ ਥਾਂ ਆਪਣਾ ਆਪ ਬਣ ਜਾਊਗਾ। ਇਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਖੇਲਾ। ਆਓ ਜੇ ਜੀਵਨ ਸਫਲਾ ਕਰਨਾ ਕਹਿ ਫਿਰ ਗੁਰੂ ਦੱਸੇ ਮਾਰਗ ਉੱਤੇ ਚੱਲੀਏ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਸ ਨਾਲ ਚੀਜ਼ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦਿੱਤੀ, ਆਪ ਸਮੂਹ ਸੰਗਤਾਂ ਦੇ ਸਨਮੁਖ ਬੋਲਣ ਜੋਗਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਕੋਟਾਨ ਕੋਟ ਸ਼ੁਕਰਾਨਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਹੋਰ ਸਮੂਹ ਪ੍ਰਬੰਧਕ ਵੀਰਾਂ ਦਾ, ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ, ਬੜੀ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਹੈ, ਬੜੇ ਪਿਆਰ ਨਾਲ ਗੁਰੂ ਕੀ ਬਾਣੀ ਪੜ੍ਹਦੇ ਨੇ। ਕੋਟਾਨ ਕੋਟ ਸ਼ੁਕਰਾਨਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਸ਼ਬਦ ਦੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।